ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਦੋਸਤ ਸਤਵਿੰਦਰ ਟੀਨੂ ਟੀਵੀ ਏਸ਼ੀਆ ਤੇ ਸ਼ੋਅ ਲੈ ਕੇ ਹਾਜ਼ਰ ਹਾਂ। ਮਾਈਨੋਰਿਟੀਜ਼ ਇੰਟਰਨੈਸ਼ਨਲ ਮਾਈਨੋਰਿਟੀਜ਼ ਦੇ ਸ਼ੋਅ ਲੈ ਕੇ ਹਾਜ਼ਰ ਹਾਂ। ਅੱਜ ਸਾਡੇ ਵਿਹੜੇ ਪਹੁੰਚੇ ਨੇ, ਸਾਡੇ ਸਟੂਡੀਓ ਪਹੁੰਚੇ ਨੇ ਸ਼ੋਏਬ ਜ਼ਾਇਦੀ ਸਾਹਿਬ, ਜੋ ਕਿ ਐਨਾਲਿਸਟ ਵੀ ਨੇ ਤੇ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ ਸਾਡੇ ਦੋਸਤ ਹਰਜੀਤ ਸੱਲਣ ਜੀ, ਤੇ ਸਾਡੇ ਨਾਲ ਫੋਨ ਤੇ ਰਾਬਤਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸ਼੍ਰੀਨਗਰ ਤੋਂ ਉੱਥੇ ਕੁਝ ਇੰਟਰਨੈਟ ਦਾ ਇਸ਼ੂ ਚੱਲ ਰਿਹਾ ਹੈ ਤੇ ਉਹਨੇ ਸਾਡੇ ਆਜ਼ਾਦ ਮਾਨਕੂ ਸਾਹਿਬ ਜਾਣਦੇ ਆ। ਪਹਿਲਾਂ ਸਵਾਗਤ ਹੈ ਜੀ ਸ਼ੋਏਬ ਜ਼ਾਇਦੀ ਸਾਹਿਬ ਤੇ ਹਰਜੀਤ ਜੀ, ਸਭ ਦਾ ਸਵਾਗਤ ਹੈ ਸ਼ੋਅ ਦੇ ਵਿੱਚ। ਥੈਂਕ ਯੂ ਸ਼ੋਏਬ ਸਾਹਿਬ, ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਆਪਣੇ ਬਾਰੇ ਦੱਸੋਗੇ ਤੇ ਕਦੋਂ ਆਏ ਇੱਥੇ ਤੇ ਕਿਵੇਂ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਹੋ? Thank you for having me here. ਸਵਾਗਤ ਹੈ। Thank you very much, sir. Actually, the topic जो आपने मौजू लिया ना, minority, international minority, it's very important topic in order to make a discussion कि उसके बारे में बात लोग नहीं करते। टीवी एशिया ने एक अच्छा काम ये किया कि वो डिस्कस करना चाह रही है कि मिनॉरिटीज़ जो इंटरनेशनल मिनॉरिटीज़ हैं उनके साथ दुनिया में क्या हो रहा है, और जब और उनकी बात सुनी जाए, फिर उनकी बात जब सुनी जाए तो उसके बारे में कुछ जाना जाए। मेरा अपना इंट्रोडक्शन ये है कि मैं एक अरसे से जर्नलिज्म के साथ अटैच हूँ, बहुत सारे टीवी चैनल के साथ काम करता रहा हूँ, और मैंने ऑस्ट्रेलिया में 10 साल हो गए मुझे, और ऑस्ट्रेलिया मीडिया के हवाले से ऑस्ट्रेलियन मीडिया को सर्व करते हुए, और इस टॉपिक पे और इस तरह के बहुत सारे प्रोजेक्ट मैंने किए हैं। सो आई थिंक आई एम वेरी थैंकफुल फॉर टीवी एशिया एंड आई बिलीव कि इट्स वन ऑफ द इम्पोर्टेंट टॉपिक विच नीड टू बी डिस्कस ऑन दिस लेवल। जी, मैं ਹਰਜੀਤ ਜੀ, ਸਵਾਗਤ ਹੈ ਤੁਹਾਡਾ ਟੀਵੀ ਏਸ਼ੀਆ ਤੇ ਸਰ ਤੁਸੀਂ ਜਿਵੇਂ ਕਿ 25-26 ਸਾਲ ਤੋਂ ਲਗਭਗ ਆਸਟ੍ਰੇਲੀਆ ਜਿੱਥੇ ਤੱਕ ਮੈਂ ਜਾਣਦਾ, ਤੇ ਇਹ ਹਰਜੀਤ ਜੀ ਇੰਡੀਆ ਦੇ ਵਿੱਚ ਐਗਰੀਕਲਚਰ ਸਾਇੰਟਿਸਟ ਵੀ ਰਹੇ। ਸਰ, ਤੁਸੀਂ ਆਪਣੇ ਰਾਬਤਾ ਕਰਵਾਓ ਸਾਡੇ ਸਰੋਤਿਆਂ ਦੇ ਨਾਲ। ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦੀ ਹਾਂ ਟੀਵੀ ਏਸ਼ੀਆ ਆਸਟ੍ਰੇਲੀਆ ਦਾ, ਜਿਨ੍ਹਾਂ ਨੇ ਕਿ ਅੱਜ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ। ਜਦ ਤੱਕ ਮੈਨੂੰ ਕੋਈ 26 ਸਾਲ ਹੋ ਗਏ ਨੇ ਆਸਟ੍ਰੇਲੀਆ ਦੇ ਵਿੱਚ ਆਏ ਹੋਏ। ਬੇਸਿਕਲੀ ਆਈ ਐਮ ਐਗਰੀਕਲਚਰ ਸਾਇੰਟਿਸਟ। I did master in agriculture from Punjab Agricultural University ਲੁਧਿਆਣਾ। ਪਰ ਇਸ ਦੇ ਨਾਲ ਹੀ ਮੈਂ ਹਮੇਸ਼ਾ ਹੀ ਸੋਸ਼ਲ ਜਿਹੜੇ ਨੇ ਉਹਦੇ ਸਿਸਟਮ ਦੇ ਨਾਲ ਜੁੜਿਆ ਰਿਹਾ। ਬਚਪਨ ਤੋਂ ਹੀ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ ਕਿ ਸੋਸ਼ਲ ਮੂਵਮੈਂਟਸ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਉਹ ਵਿਚਰਦੇ ਰਹੇ, ਤੇ ਉਹਨਾਂ ਦੀ ਗੁੜਤੀ ਕਹਿ ਲਓ ਕਿ ਸਾਡੇ ਵਿੱਚ ਵੀ ਆਈ। ਆਪਣੀ ਪੜ੍ਹਾਈ ਦੇ ਨਾਲ ਅਸੀਂ ਜਿਹੜਾ ਸੋਸ਼ਲ ਜਿਹੜੇ ਸਮਾਗਮਾਂ ਦੇ ਵਿੱਚ ਭਾਗ ਲੈਣਾ, ਇਸ ਦੇ ਨਾਲ ਜਿਹੜਾ ਉਸ ਨੂੰ ਜਾਰੀ ਰੱਖਿਆ। ਜਦੋਂ ਅਸੀਂ ਇੱਥੇ ਆਏ ਤੇ ਕਿਉਂਕਿ ਜਿਹੜੀ ਚਾਹਤ ਹੁੰਦੀ ਹੈ ਕਿ ਕਿਉਂਕਿ ਇਹ ਵੀ ਪ੍ਰੋਬਲਮ ਹੈ ਕਿ ਜਿੱਦਾਂ ਅਸੀਂ ਜਾਤ ਪਾਤ ਇੰਡੀਆ ਵਿੱਚ ਛੱਡ ਕੇ ਆਏ ਸੀਗੇ, ਉਹ ਇੰਡੀਅਨ ਜਿਹੜੇ ਨੇ ਇੱਥੇ ਵੀ ਕੈਰੀ ਕਰਕੇ ਆਏ। ਉਸ ਚੀਜ਼ ਨੂੰ ਟੈਕਲ ਕਰਨ ਵਾਸਤੇ ਸਾਨੂੰ ਜਿਹੜਾ ਆਈ ਵਾਸ ਐਕਟਿਵ ਇਨ ਆਸਟ੍ਰੇਲੀਆ ਸਿਡਨੀ ਐਜ਼ ਵੈਲ ਜੀ, ਐਂਡ ਇਸ ਵੇਲੇ ਮੈਂ working as a property law ਦੇ ਵਿੱਚ ਕਰ ਰਿਹਾ। I did business background and now I'm in property law. ਜੀ ਜਨਾਬ, ਤੁਸੀਂ ਗੱਲ ਕੀਤੀ ਹੈ ਕਿ ਜਾਤ ਪਾਤ ਦੀ, ਜਿਵੇਂ ਕਿ ਜਾਤ ਪਾਤ ਦੀ ਆਪਾਂ ਗੱਲ ਕਰਦੇ ਹਾਂ, ਜਾਤ ਪਾਤ ਦਾ ਜੋ ਕੋਡ ਹੈ ਇਹ ਭਾਰਤ ਦੇ ਵਿੱਚ ਬਹੁਤ ਇੱਕ ਵੱਡਾ ਮੰਨਿਆ ਜਾਂਦਾ ਹੈ। ਤੁਸੀਂ ਗੱਲ ਕੀਤੀ ਜਾਤ ਪਾਤ ਦੀ, ਕੀ ਤੁਸੀਂ ਇੱਥੇ ਵੀ ਇਸ ਚੀਜ਼ ਨੂੰ ਫੇਸ ਕੀਤਾ? ਕਿਆ ਇੱਥੇ ਜਾਤ ਪਾਤ ਆਸਟ੍ਰੇਲੀਆ ਦੇ ਵਿੱਚ ਹੈ ਜਾਂ ਕਿਵੇਂ ਹੈ? ਗੱਲ ਇਸ ਤਰ੍ਹਾਂ ਕਿ ਜਦੋਂ ਜਿਹੜੇ ਜਾਤ ਪਾਤ ਹੈ ਇੰਡੀਅਨ ਦੇ ਬਲੱਡ ਵਿੱਚ ਕਹਿ ਲਓ ਚਲੀ ਗਈ, ਤੇ ਜਿਸ ਤਰ੍ਹਾਂ ਵੀ ਬਾਬਾ ਸਾਹਿਬ ਨੇ ਵੀ ਕਿਹਾ ਕਿ ਇਹ ਜਿਹੜੀ ਆ ਜਦੋਂ ਬਾਹਰਲੇ ਮੁਲਕਾਂ ਵਿੱਚ ਜਾਏਗੀ ਇਹ ਕੈਂਸਰ ਵਾਂਗੂ ਫੈਲੇਗੀ। ਉਹ ਹਾਲਾਤ ਇਹ ਹੈ ਕਿ ਇੰਡੀਅਨ ਜਦੋਂ ਅਸੀਂ ਆ ਗਏ ਹਾਂ, ਬਾਹਰਲੇ ਮੁਲਕਾਂ ਵਿੱਚ ਵੀ ਆ ਗਏ ਹਾਂ, ਪਰ ਜਿਹੜੀ ਜਾਤ ਪਾਤ ਦਾ ਜਿਹੜਾ ਕੋਡ ਆ ਅਸੀਂ ਨਾਲ ਚੁੱਕ ਲਿਆਏ। ਪਰ ਇੱਕ ਗੱਲ ਸਮਝਣੀ ਪਏਗੀ ਸਾਨੂੰ, ਜਾਤ ਪਾਤ ਦੇ ਵਿੱਚ ਦੋ ਚੀਜ਼ਾਂ ਨੇ। ਇੱਕ ਹੈ ਛੂਆਛਾਤ, ਡਿਸਕ੍ਰਿਮੀਨੇਸ਼ਨ ਕਰਨੀ। ਇੱਕ ਹੈ ਜਾਤ ਪਾਤ ਨੂੰ ਮੰਨਣਾ। ਇਹ ਗੱਲ ਮੰਨਣੀ ਪਏਗੀ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਛੂਆਛਾਤ ਹੈ ਉਹ ਬਿਲਕੁਲ ਘੱਟ ਹੈ, ਪਰੰਤੂ ਜਿਹੜੀ ਜਾਤ ਪਾਤ ਹੈ ਉਹ ਬਰਕਰਾਰ ਹੈ। ਬੇਸ਼ੱਕ ਉਹਦਾ ਇਕਨੋਮਿਕ ਲੈਵਲ
ਰਾਈਜ਼ ਹੋਣ ਕਾਰਨ ਲੋਕਾਂ ਦਾ ਜਿਹੜਾ ਉਹਦਾ ਇਫੈਕਟ ਘਟਿਆ, ਬਟ ਸਟਿਲ ਜਿਹੜੀ ਹਿਡਨ ਜਾਂ ਸਮ ਟਾਈਮ openly ਵੀ ਜਿਹੜੀ ਕਾਸਟ ਸਿਸਟਮ ਆ, it's always exist in overseas countries as well. I have some practical issues as well. If you give me further time, I will discuss those. जी जी हरजीत जी थोड़े को वापस आने हैं मेरे कोल शोएब साहब बैठे ने। शोएब साहब तो जानते हैं शोएब साहब जिवें कि ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਨਸਲੀ ਵਿਤਕਰਾ ਹੈ, ਜੇ ਆਪਾਂ ਗੱਲ ਕਰੀਏ ਐਬਰੀਜਨਲਸ ਦੀ, ਜਾਂ ਨਿਊਜ਼ੀਲੈਂਡ ਦੇ ਵਿੱਚ ਮੌਰੀ ਨੇ, ਮੌਰੀਜ਼ ਦੀ ਆਪਾਂ ਗੱਲ ਕਰਦੇ ਹਾਂ, ਤੇ ਅਮਰੀਕਾ ਦੇ ਵਿੱਚ ਕਾਫੀ ਆਪਾਂ ਦੇਖਿਆ ਗਿਆ ਕਿ ਕਿਵੇਂ ਕਾਲੇ ਗੋਰੇ ਦਾ ਉੱਤੇ ਫਰਕ ਦੇਖਿਆ ਗਿਆ ਹੈ। ਤੇ ਜੇ ਇਹ ਨਸਲੀ ਜਿਹੜਾ ਵਿਤਕਰਾ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, किस नजर नाल देखते हो? देखिए कि ये जो डिफरेंसेस है ना, अगर इसको ओरिजिनली देखें तो ये पहचान के लिए बनाए जी, कलर, लैंग्वेज, ब्रांचेस, इट्स जस्ट फॉर आइडेंटिटी टू मेक अ सिस्टम मच इजियर। यानी आसान सिस्टम को बनाने के लिए ये पहचान बनाएगी। लेकिन क्या हुआ कि जैसे इन्होंने कहा, हमारे जो सिडनी से मेहमान है, कि हमने इस डिवीजन को इसको सिस्टम में डिफरेंटली यूज किया, जिसके जरिए हमने लोगों को अब्यूज किया, माइनॉरिटी और मेजॉरिटी का एक वो लिया। अच्छा, उसमें फिर एक और चीज़ ये होती है कि नंबर ऑफ पॉपुलेशन, जो ज़्यादा लोग होते हैं वो नीचे रहने वालों को फिर उसके कैटेगरी के हवाले से कि ये निचली ज़ात है, ये उससे ऊपरी ज़ात है, इस तरह से करके वो भी एक इशू खड़ा हुआ। फिर जो ज़्यादा लोग थे उन्होंने फिर मिनॉरिटी का जो ख्याल है ना, यानी दे डिड नॉट लुक आफ्टर द पीपल फ्रॉम द मिनॉरिटी, एंड इट हैपनिंग एवरीवेयर होल यूनिवर्स। इस वक्त में जो दुनिया है वो इस इशू को फेस कर रही है। आप अगर यूएस के अभी जो पिछले इलेक्शन हुए उसमें अगर आप देखेंगे तो आपको उसकी झलक नजर आएगी। ऑस्ट्रेलिया में जैसे आपने बहुत अच्छी एक बात की कि ऑस्ट्रेलिया के जो एबोरिजिनल्स हैं, बाकी लोग रह रहे होते हैं, वहां पर भी आपको ये चीज़ नजर आएगी। अगर आप दुनिया में, हिंदुस्तान में, पाकिस्तान में, अफगानिस्तान में, आपको ये चीज़ हर जगह नजर आती है। उसकी वजह ये है कि जिसको खुदा ने पहचान के लिए बनाया था डिफरेंट करके, हमने उसको गलत तरीके से इस्तेमाल किया, जिसके नतीजे में जुल्म बढ़ गया। अच्छा, जुल्म बढ़ने के बाद दूसरी चीज़ क्या होती है, अगर आप देखें ना, देखिए मैंने पूरी दुनिया को मैं विजिट किया, काफ़ी शहरों में गया, मैंने देखा कि सिख कम्युनिटी पूरे दुनिया में मुझे नजर आई। ऐसे पाकिस्तान की एक हज़ारा कम्युनिटी है, उसको अगर आप देखें कि उसमें भी वो यही इशू रहा, और उसके बाद उसको देखा गया तो वो भी पूरी दुनिया में आपको हज़ारा कम्युनिटी के डिफरेंट लोग होते हैं। जैसे सिख दूर से पहचाना जाता है ना, इस तरह जो हज़ारा कम्युनिटी है उसको भी आप बिल्कुल दूर से अलहदा पहचान सकते हैं, वो भी पूरी दुनिया में फैल गए। यानी व्हाट आई एम ट्राइंग टू से कि जिनको जुल्म के जरिए छोटा करने की कोशिश की गई, मैं तो ये कहूँगा कि अल्लाह का एक सिस्टम ऐसा है कि आप किसी को ख़त्म नहीं कर सकते ना। तो क्या हुआ कि भगवान ने उनको और एक्सपेंड कर दिया। नाउ द सिक्स whoever, जिनके साथ भी ज्यादती हो रही है, जिनके साथ भी, अगर आप उनकी नहीं सुनेंगे वो क्या करेगा। देखिए, वो मजलूम बनने को राजी नहीं है, वो हिम्मत करने को राजी है। हिम्मत उसको सिडनी लेकर आ जाती है, हिम्मत उसको ब्रिस्बेन लेकर आ जाती है, हिम्मत उसको दुनिया में कहीं भी चला जाता है। तो जो लोग इसको नहीं समझते कि इंटरनेशनली जो माइनॉरिटीज है उनकी वैल्यू है, वो ये जान लें कि इससे थोड़े अरसे तक तो उनका सिस्टम चल सकता है तीनों भाई, लेकिन ज्यादा अरसे नहीं चल सकता। जी शोएब साहब, जिमें कि जैसे आपने कहा कि जो कुछ समय के लिए चल सकता है, ज्यादा समय के लिए नहीं चल सकता, उसके हिसाब से यदि हम देखते हैं कि लगभग 67 में मैंने देखा है कि जो एबरिजिनल्स हैं उनको ऑस्ट्रेलिया में वोट देने का अधिकार मिला। सही, 67 में। उससे पहले उनको वोट देने का अधिकार नहीं था। तो 67 से लेके आज तक का जो हम सफर देखते हैं, लगभग 50 से 55 साल हो गए, लेकिन अभी भी यदि उनसे बात करने का, मुझे हमारे एक यहाँ पे ब्रिस्बेन में सोशलिस्ट हैं, वो काफ़ी सोशल कार्य करते हैं, उनकी वो एक कार्य करते हैं कि लोगों को फ्री फूड देते हैं। सही। तो होमलेस को, तो उनके साथ डॉक्टर मलिक, उनके साथ मुझे भी जाने का, उन लोगों की सेवा करने का मौका मिला। तो मैं गया तो मैंने देखा दे थिंक वी आर, वो हाशिए पे अभी भी लोग हैं। सही। तो आप उनके बारे में क्या कहना चाहते हैं? देखिए, उनको अभी कितना टाइम लगेगा
कि वो मेन स्ट्रीम लाइन में आने के लिए? जैसे हरजीत ने अभी जिक्र किया अपनी बात में, और उसने कहा कि ये जो डिस्क्रिमिनेशन है ना, इसके लॉन्ग टर्म लॉसेस हैं, इसका नुकसान आगे बहुत आगे जाके होता है। आप ये देखिए, आपने कहा 67 में उनको वोट का अधिकार मिला जी, और आज पूरी दुनिया, ऑस्ट्रेलिया वाइड, मेरे ख्याल हरजीत जी इस बात को जानते होंगे कि ऑस्ट्रेलिया में, सिडनी में भी कोई भी इवेंट अगर गवर्नमेंट का स्टार्ट होता है तो पहले वो एबोरिजिनल को अप्रिशिएट करते हैं, प्रेज करते हैं। हाउ इट हैपेंड? क्योंकि वो जो डिस्क्रिमिनेशन है, इट डज नॉट वर्क फॉर लॉन्गर पीरियड ऑफ टाइम। लोग, अच्छे लोग हर जगह हैं। यानी आज अगर सतविंदर टीनू, ही बिलोंग्स फ्रॉम इंडिया, ही स्पीक पंजाबी, बट ही टॉक अबाउट पीपल हु दोज लिविंग हियर, उनके हक के लिए बात कर रहा है, उनके हक को बता रहा है कि देखिए ये। तो यानी क्या होता है कि अच्छे लोग जगह जगह जमा होके फिर जो मजलूम लोग होते हैं ना, जिनको आप डिस्क्रिमिनेट कर होते हैं, उनको हेल्प करने की कोशिश करते हैं, और इस तरह से वो और फायदे में होते हैं। इसी तरह से मैं जानना चाहूँगा, हरजीत जी ਆਪਾਂ ਪੰਜਾਬੀ ਚ ਗੱਲ ਕਰਦੇ ਹਾਂ। ਹਰਜੀਤ ਜੀ, ਤੁਸੀਂ ਗੱਲ ਕੀਤੀ ਕਿ ਜਿਹੜਾ ਇਹ ਨਸਲੀ ਵਿਤਕਰਾ ਹੈ, ਜਾਤ ਪਾਤ ਦਾ ਜਿਹੜਾ ਪਾੜਾ ਹੈ, ਤੁਸੀਂ ਆਸਟ੍ਰੇਲੀਆ ਚ ਦੇਖਿਆ, ਤੁਸੀਂ ਕਿਹਾ ਕਿ ਮੈਂ ਖੁਦ ਇਹਨੂੰ ਹੰਢਾਇਆ। ਤੁਸੀਂ ਜਿਹੜਾ ਕੁਝ ਉਹਦੇ ਵਿੱਚੋਂ ਸੰਖੇਪ ਦੇ ਵਿੱਚ ਸਾਨੂੰ ਦੱਸੋ, ਸਾਡੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ, ਕਿ ਉਹ ਕੀ ਵਾਕਿਆ ਸੀ ਤੇ ਕਿਵੇਂ ਉਸ ਚੀਜ਼ ਨੂੰ ਤੁਸੀਂ ਫੇਸ ਕੀਤਾ? ਜੀ, ਪਰਮਾਤਮਾ ਦੀ ਕਿਰਪਾ ਕਹ ਲੋ ਕਿ ਐਜੂਕੇਸ਼ਨ ਸ਼ੁਰੂ ਤੋਂ ਲੈ ਕੇ ਅੱਛੀ ਰਹੀ ਹੈ। ਪਰਸਨਲੀ ਮੈਂ ਗੱਲ ਕਰਾਂ ਤੇ ਇਕਨੋਮਿਕ ਲੈਵਲ ਵੀ ਜਿਹੜਾ ਰਿਹਾ ਉਹ ਵੀ ਅੱਛਾ ਰਿਹਾ। ਆਸਟ੍ਰੇਲੀਆ ਦੇ ਵਿੱਚ, ਸਿਡਨੀ ਦੇ ਵਿੱਚ ਆ ਕੇ ਵੀ ਇਕਨੋਮਿਕ ਲੈਵਲ ਜਿਹੜਾ ਅੱਛਾ ਰਿਹਾ, ਕਿਉਂਕਿ ਇਕਨੋਮਿਕ ਲੈਵਲ ਜਿਹੜਾ ਹਮੇਸ਼ਾ ਇਸ ਚੀਜ਼ ਨੂੰ ਘਟਾਉਂਦਾ, ਇਸ ਵਿੱਚ ਕੋਈ ਸ਼ੱਕ ਨਹੀਂ। ਜਿਸ ਤਰ੍ਹਾਂ ਬਾਬਾ ਸਾਹਿਬ ਨੇ ਕਿਹਾ ਕਿ ਐਜੂਕੇਟ, ਆਰਗੇਨਾਈਜ਼, ਐਜੀਟੇਟ, ਜਿਹੜੀ ਐਜੂਕੇਸ਼ਨ ਹੈ ਉਹ ਉਸਦਾ ਬੜਾ ਵੱਡਾ ਰੋਲ ਹੈ ਕਿਸੇ ਵੀ ਇਸ ਛੂਆਛਾਤ ਜਾਂ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨ ਦੇ ਵਾਸਤੇ। ਐਜੂਕੇਸ਼ਨ ਹੈਜ਼ ਅ ਬਿਗ ਰੋਲ। ਐਜੂਕੇਸ਼ਨ ਦੇ ਨਾਲ ਹੀ ਫਿਰ ਸਾਨੂੰ ਜਿਹੜਾ ਇਕਨੋਮਿਕ ਲੈਵਲ ਵੀ ਜਿਹੜਾ ਸਾਡਾ ਉਹ ਰਾਈਜ਼ ਹੁੰਦਾ ਹੈ। ਪਰ ਕਿਉਂਕਿ ਅਸੀਂ ਜੁੜੇ ਰਹਿੰਦੇ ਹਾਂ, ਪਰ ਸਾਨੂੰ ਜਿਹੜੀ ਛੋਟੀ ਤੋਂ ਛੋਟੀ ਗੱਲ ਵੀ ਜਿਹੜੀ ਹੈ ਉਹ ਜਦੋਂ ਕੋਈ ਡਿਸਕ੍ਰਿਮੀਨੇਟ ਕਰਦਾ ਹੈ ਸਾਨੂੰ ਬੜੀ ਚੁਭਦੀ ਹੈ। ਬਦਕਿਸਮਤੀ ਦੀ ਗੱਲ ਹੈ ਕਿ ਅਸੀਂ ਇੱਕ ਸਿੱਖ ਫੈਮਲੀਆਂ ਦੇ ਵਿੱਚੋਂ ਪੈਦਾ ਹੋਏ ਹਾਂ। ਸਿੱਖੀ ਦੀ ਜਿਹੜੀ ਨੀਂਹ ਹੈ ਉਹ ਬਿਲਕੁਲ ਹੀ ਇਸ ਕਾਸਟ, ਇਸ ਸਿਸਟਮ ਨੂੰ ਜਿਹੜਾ ਹੈ ਉਹ ਨਿਕਾਰਦੀ ਹੈ। ਸ਼ੁਰੂਆਤ ਹੀ ਉਸ ਦੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਜੰਜੂ ਪਾਉਣ ਤੋਂ ਇਨਕਾਰ ਕੀਤਾ ਉਸ ਤੋਂ ਵੱਜਦੀ ਹੈ। ਪਰ ਫਿਰ ਵੀ ਉਹ ਜਿਹੜਾ ਕੋਡ ਹੈ ਸਿੱਖੀਜ਼ਮ ਦੇ ਵਿੱਚ ਵੀ ਚਲਾ ਗਿਆ। ਤੇ ਇਸ ਤੇ ਜਦੋਂ ਅਸੀਂ ਆਏ ਹਾਂ ਉਹਦੇ ਅਸੀਂ ਫੇਸ ਕਰਦੇ ਹਾਂ ਕਿ ਜਿਹੜੇ ਅਜੇ ਵੀ 올ਡ ਏਜ ਦੇ ਨੇ, ਜਿਹੜੇ ਸਾਡੇ ਤੋਂ ਇੱਕ ਜਨਰੇਸ਼ਨ ਪਹਿਲਾਂ ਦੇ ਲੋਕ ਨੇ, ਖਾਸ ਕਰਕੇ ਉਹਨਾਂ ਦੇ ਮਨਾਂ ਵਿੱਚ ਅਜੇ ਵੀ ਜ਼ਿਆਦਾ ਹੈ। ਕੁਝ ਇਨਸੀਡੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਵਾਰੀ ਇੱਥੇ 12 ਸਾਲ ਪਹਿਲਾਂ ਸਿਡਨੀ ਦੇ ਵਿੱਚ ਸਿੱਖ ਗੇਮਸ ਹੋਈਆਂ ਤੇ ਬ੍ਰਿਸਬੇਨ ਤੋਂ ਵੀ ਕਾਫੀ ਮੇਰੇ ਮਿੱਤਰ ਸੀ, ਉਹ ਆਏ ਤੇ ਆਈ ਵਾਸ ਸਟੈਂਡਿੰਗ ਇਨ ਅ ਹਾਕੀ ਫੀਲਡ। ਤੇ ਡਿਸਕ੍ਰਿਮੀਨੇਸ਼ਨ ਇਸ ਤਰ੍ਹਾਂ ਵੀ ਹੁੰਦੀ ਹੈ ਕਿ ਜਦੋਂ ਬੰਦੇ ਨੂੰ ਕੋਈ ਹੋਰ ਗੱਲ ਨਹੀਂ ਲੱਭਦੀ ਨਾ, ਉਹ ਸਿਰਫ ਤੁਹਾਨੂੰ ਕਾਸਟ ਦੀ ਗੱਲ ਕਰਕੇ ਤੁਹਾਨੂੰ ਥੱਲੇ ਲਾਉਣਾ ਚਾਹੁੰਦਾ ਹੈ। ਉੱਥੇ ਹਾਕੀ ਫੀਲਡ ਦੇ ਵਿੱਚ ਇੱਕ ਬਜ਼ੁਰਗ ਸੀਗਾ, ਉਹਦਾ ਗ੍ਰੈਂਡ ਸਨ ਜਿਹੜਾ ਸੀ ਉਹ ਖੇਡ ਰਿਹਾ ਸੀਗਾ। ਜਿਸ ਤਰ੍ਹਾਂ ਕਿ ਹਾਕੀ ਵਾਲੇ ਕਿਸੇ ਨੂੰ ਪਾ ਲੈਂਦੇ ਨੇ, ਕਿਸੇ ਨੂੰ ਕੱਢਦੇ ਨੇ, ਉਹਨੂੰ ਚੰਗਾ ਨਹੀਂ ਲੱਗਿਆ ਕਿ ਉਹਦੇ ਪੋਤੇ ਨੂੰ ਕੱਢਿਆ ਤੇ ਉਹਨੇ ਉੱਥੇ ਜਾਤ ਦਾ ਨਾਂ ਲੈ ਕੇ ਉਹਨੂੰ ਗਾਲ ਕੱਢ ਦਿੱਤੀ। ਤੇ ਚਲੋ ਹੁਣ ਮੈਂ ਨਾਂ ਨਹੀਂ ਲਾਂਗਾ, ਬ੍ਰਿਸਬੇਨ ਤੋਂ ਵੀ ਉੱਥੇ 2-3 ਬੰਦੇ ਸੀਗੇ ਤੇ ਮੈਨੂੰ ਇੱਕਦਮ ਉੱਤੇ ਮਤਲਬ ਕਰੈਕਟ ਕੀਤਾ, ਪਰ ਹੀ ਵਾਜ਼ ਅਬਾਊਟ 60 ਇਅਰਸ 올ਡ। ਤੇ ਮੈਂ ਉਹਨੂੰ ਕਿਹਾ ਬਜ਼ੁਰਗ ਨੂੰ ਕਿ ਤੂੰ ਇਹ ਕਾਸਟ ਦੀ ਕਿਉਂ ਗੱਲ ਕਰਦਾ ਹੈ ਨਾ, ਕਿ ਉਦੋਂ ਥੋੜਾ ਜਿਹਾ ਝੜਪ ਹੋਈ ਤੇ ਫਿਰ ਵਿੱਚ ਬੰਦੇ ਕੁਝ ਆ ਗਏ ਕਿ ਉਹਨਾਂ ਕਿਹਾ ਨਹੀਂ ਨਹੀਂ ਛੱਡੋ ਗੱਲ। ਬਟ ਜਦੋਂ ਇਸ ਤਰ੍ਹਾਂ ਦਾ ਇਨਸੀਡੈਂਟ ਇੱਥੇ ਆ ਕੇ ਵੀ ਹੁੰਦਾ ਤੇ ਫਿਰ ਸਾਨੂੰ ਬੜਾ ਦੁੱਖ ਲੱਗਦਾ ਹੈ। ਇਸੇ ਤਰ੍ਹਾਂ ਹੀ ਹੋਰ ਕਈ ਐਕਸਪੀਰੀਐਂਸਿਸ ਹੋਏ ਨੇ। ਮੇਰੀ ਬੇਟੀ ਸਕੂਲ ਪੜ੍ਹਦੀ ਸੀਗੀ ਈਅਰ 8 ਦੇ ਵਿੱਚ, ਤੇ ਇਸ ਤਰ੍ਹਾਂ ਇੱਕ ਇੰਡੀਅਨਸ ਦਾ ਗਰੁੱਪ ਖੜਾ ਸੀਗਾ ਤੇ ਉਹਨੂੰ ਪੁੱਛਣ ਲੱਗ ਪਏ ਹਰ ਇੱਕ ਨੂੰ ਕਿ ਤੇਰੀ ਕਾਸਟ ਕੀ ਹੈ, ਕਿਉਂਕਿ ਅਸੀਂ ਬੱਚਿਆਂ ਨੂੰ ਇੰਨਾ ਤਿਆਰ ਕੀਤਾ ਹੋਇਆ ਕਿ ਤੁਸੀਂ ਇਨਫੀਰੀਅਰਿਟੀ ਕੰਪਲੈਕਸ ਨਹੀਂ ਲੈਣਾ। ਜਾਤ ਪਾਤ ਦਾ ਸਾਨੂੰ ਕੀ ਕੀਤਾ ਕਿ ਇਨਫੀਰੀਅਰਿਟੀ ਕੰਪਲੈਕਸ ਹੈ। ਉਹਨਾਂ ਨੇ ਇਸ ਤਰ੍ਹਾਂ ਤਿਆਰ ਕੀਤਾ ਆਪਣੇ ਬੱਚਿਆਂ ਨੂੰ ਕਿ ਇਨਫੀਰੀਅਰਿਟੀ ਕੰਪਲੈਕਸ ਕਦੇ ਨਹੀਂ ਆਉਣਾ ਚਾਹੀਦਾ। ਪਹਿਲਾਂ ਤੇ ਉਹਨੇ ਅਵੋਇਡ ਕੀਤਾ ਕਿ ਆਈ ਸ਼ੁਡਨਟ ਆਨਸਰ ਦਿਸ ਬੁਲਸ਼ਿਟ ਕੁਐਸਚਨ, ਤੇ ਫਿਰ ਉਹਨਾਂ ਨੇ ਜਵਾਬ ਦਿੱਤਾ ਤੇ ਫਿਰ ਉਹਨਾਂ ਨੇ ਬੈਡ ਵੇ ਦੇ ਨਾਲ ਰਿਐਕਟ ਕੀਤਾ। ਤੇ
ਪਰ ਜਿਹੜਾ ਫੈਕਟਰ ਓਵਰਕਮ ਦਾ ਹੈ ਕਿ ਜੇ ਤੁਹਾਡੇ ਕੋਲ ਐਜੂਕੇਸ਼ਨ ਤੇ ਇਕਨੋਮਿਕ ਲੈਵਲ ਆ, ਯੂ ਕੈਨ ਓਵਰਕਮ ਆਲ ਥੀਸ ਸਿਚੁਏਸ਼ਨਸ। ਹੋਰ ਵੀ ਇਨਡਾਇਰੈਕਟਲੀ ਮੈਂ ਤੁਹਾਨੂੰ ਦੱਸਾਂ ਕਿ ਜਿਸ ਤਰ੍ਹਾਂ ਬੰਦਿਆਂ ਨਾਲ ਅਸੀਂ ਵਿਚਰਦੇ ਹਾਂ ਇੱਥੇ, ਬਹੁਤ ਸਾਰੇ ਦੂਸਰੀਆਂ ਕਾਸਟਾਂ ਦੇ ਲੋਕ ਵੀ ਨੇ, ਬਹੁਤ ਸਾਰੇ ਲੋਕ ਚੰਗੇ ਨੇ, ਇਹ ਨੋ ਡਾਊਟ ਕਿ ਬਹੁਤ ਸਾਰੇ ਲੋਕ ਸੁਧਰ ਗਏ ਨੇ, ਕੋਈ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ, ਪਰ ਫਿਰ ਵੀ ਇਨਡਾਇਰੈਕਟਲੀ ਉਹ ਬੱਚਿਆਂ ਨੂੰ ਆਪਣਾ ਇਹ ਫੀਡ ਕਰਦੇ ਨੇ ਕਿ ਜਿਸ ਤਰ੍ਹਾਂ, ਸੌਰੀ ਮੈਂ ਨਾਂ ਲੈ ਕੇ ਬੋਲ ਰਿਹਾ, ਕਿ ਤੁਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਵੀ ਡੋਂਟ ਮਾਈਂਡ ਇਫ ਯੂ ਹੈਵ ਲਵ ਮੈਰਿਜ, ਪਰ ਜੇ ਕੋਈ ਜੱਟ ਹੈ ਤਾਂ ਉਹ ਕਹਿੰਦਾ ਕਿ ਜੱਟ ਹੀ ਹੋਣਾ ਚਾਹੀਦਾ ਹੈ, ਪਰ ਲਵ ਮੈਰਿਜ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ, ਪਰ ਕੋਸ਼ਿਸ਼ ਕਰੋ ਕਿ ਵਿਦਨ ਜਿਹੜਾ ਆਪਣੇ ਕਾਸਟ ਦੇ ਵਿੱਚ ਹੀ ਮੈਰਿਜ ਕੀਤੀ ਜਾਵੇ। ਪਰ ਇਹ ਹੈ ਕਿ ਜਦੋਂ ਤੱਕ ਅਸੀਂ ਇੰਟਰਕਾਸਟ ਮੈਰਿਜ ਨਹੀਂ ਕਰਦੇ ਉਦੋਂ ਤੱਕ ਜਿਹੜਾ ਇਹ ਕੋਡ ਆ, ਇਸ ਦਾ ਜਿਹੜਾ ਗੁਲਾਮੀ ਜਿਹੜੀ ਹੈ, ਇਸ ਤਰ੍ਹਾਂ ਦੀ ਕੋਡ ਹੈ, ਉਹਦਾ ਜਿਹੜਾ ਛੁਟਕਾਰਾ ਪਾਉਣਾ ਜਿਹੜਾ ਬੜਾ ਹਾਰਡ ਹੈ। ਹਾਂ, ਇੱਥੇ ਮੈਂ ਦੇਖਿਆ ਕਿ ਜੋ ਮੇਰਾ ਡਾਟਾ, ਕਿਉਂਕਿ ਮੈਂ ਥੋੜਾ ਬਹੁਤਾ ਚੁਕੰਨਾ ਰਹਿਣਾ ਕਿ ਇਸ ਚੀਜ਼ ਨੂੰ, ਸਿਸਟਮ ਨੂੰ ਦੇਖਦਾ ਰਹਿਣਾ, ਬਹੁਤ ਸਾਰੀਆਂ ਇੰਟਰਕਾਸਟ ਮੈਰਿਜ ਹੋ ਰਹੀਆਂ ਨੇ, ਨੋ ਡਾਊਟ। ਇੰਟਰਕਾਸਟ ਕੀ ਇੱਥੇ ਕਿ ਦੂਸਰੇ ਕਮਿਊਨਿਟੀ ਨਾਲ ਵੀ ਹੋ ਰਹੇ ਨੇ, ਬਟ ਆਈ ਐਮ ਵੈਰੀ ਹੈਪੀ ਕਿ ਜਦੋਂ ਕੋਈ ਇੰਟਰਕਾਸਟ ਮੈਰਿਜ ਹੁੰਦੀ ਹੈ ਤੇ ਉਹ ਪ੍ਰਾਇੋਰਟੀ ਬੇਸ ਹੈ ਕਿ ਐਜੂਕੇਸ਼ਨ ਲੈਵਲ ਇੱਕ, ਇਕਨੋਮਿਕ ਲੈਵਲ ਇੱਕ, ਤੇ ਉਸ ਤਰ੍ਹਾਂ ਦਾ ਜਦੋਂ ਮੈਚ ਹੁੰਦਾ ਹੈ ਤੇ ਆਈ ਰੀਅਲੀ ਫੀਲ ਹੈਪੀ ਕਿ ਚਲੋ ਜੇ ਅਸੀਂ ਆਏ ਆ ਤੇ ਜਿਹੜੇ ਜਾਤ ਪਾਤ ਜਿਹੜੀ ਆ ਇੱਥੇ ਖਤਮ ਹੋ ਰਹੀ ਹੈ। ਜੀ ਹਰਜੀਤ ਜੀ, ਮੈਂ ਅਗਲਾ ਸਵਾਲ ਲੈਣ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੂੰਗਾ ਸਾਡੇ ਐਨਾਲਿਸਟ, ਜਿਵੇਂ ਕਿ ਸ਼ੋਇਬ ਸਾਹਿਬ, ਤੁਸੀਂ ਇੱਕ ਖਾਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ, ਇੱਕ ਖਾਸ, ਕੀ ਉਹ ਜਿਹੜੀ ਕਮਿਊਨਿਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹਦੇ ਵਿੱਚ ਵੀ ਕੋਈ ਜਾਤ ਪਾਤ ਦਾ ਕੋਈ ਪਾੜਾ ਹੈ, ਜਾਂ ਮਤਲਬ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? अच्छा देखिए, it's true that I belongs to a community, and it is also true that we also having the similar issues, and minorities का जो issue रहता है। अच्छा, यहाँ पर इन्होंने बड़ी अच्छी बात की अजीत ने कि एजुकेशन बड़ी इंपॉर्टेंट है, बड़ी एजुकेशन बड़ी इंपॉर्टेंट है, और कॉन्सेप्ट होने हैं और उसका कॉन्फॉर्मेट है। लेकिन प्रॉब्लम देख, मैं आपको बताता हूँ जो मेरा अपना एक्सपीरियंस था। मैं गाँव से बिलोंग करता था, एंड वी डोंट नो दूसरी कॉस्ट के बारे में, दूसरी रिलीजन के बारे में बहुत कम इंफॉर्मेशन थी, बहुत कम इंफॉर्मेशन थी। अब एजुकेशन का सम टाइम उल्टा असर देखिए क्या होता है कि उस वक्त तक वहाँ पे मीडिया नहीं था, उस वक्त अखबार नहीं था। अखबार मेनली जो रोल उस ज़माने में जब पहला शिफ्ट हुआ, अखबार आना शुरू हुआ और लोगों के पास अखबार पहुंचा, फिर लोगों को पता लगा कि जी रिलीजन के फर्क, अच्छा ये हिंदू भी है, ये सिख भी है, ये भी है, वो भी है, यानी थोड़ी बहुत तो होती है, लेकिन उसके बाद जो डिफरेंसेस होते हैं ना थोड़े थोड़े, वो अखबार के जरिए जो बाहर से निकल कर आते हैं, तो सम टाइम जो एक डिसेंट इन्वायरमेंट होता है उसमें इस तरह की चीज़ें एक इम्पैक्ट रिवर्स भी करती हैं, until unless के the people like him are not ready to educate the people। अब जैसे ना एजुकेशन के साथ साथ अगर एजुकेशन ही मुझे दिखा रही है कि मैंने इस जात में शादी नहीं करनी, कितनी अच्छी उन्होंने बात की कि आजकल क्रॉस मैरिज, क्रॉस सेक्ट रिलीजन मैरिज हो रही है, जिसकी वजह से खासतौर पे हिंदुस्तान में जो है ना वो उसकी थोड़ी कम हो रही है। हमारे यहाँ अच्छा हमारे यहाँ इस चीज़ को इस तरह से देखा जाता है कि अगर क्रॉस सेक्ट मैरिज इसलिए कम है हमारे यहाँ कि प्रॉब्लम ये है कि हमारे यहाँ कल्चरली बहुत बड़ा फर्क है। मुझे नहीं पता कि हरजीत जी इसको कैसे एड्रेस कर सकते हैं कि अगर कल्चरली बहुत बड़ा फर्क है तो क्रॉस मैरिज से फायदे के बजाय बहुत मुश्किल नहीं हो जाएगी, या फिर पहले से एक डिसेंट अंडरस्टैंडिंग होगी कि किस तरह से आप उसको करेंगे। यानी हमारे यहाँ क्रॉस मैरिज के बजाय अगर इस तरह से यानी एक ऐसी ट्रीटमेंट की जाए कि देखिए जैसे कुरान है उसमें डिस्क्रिमिनेशन को बिल्कुल उसमें साफ है, यानी जो प्रॉफिट मोहम्मद के मैसेज हैं उसमें साफ है कि देयर इज नो डिफरेंस बिटवीन वाइट एंड ब्लैक। अरब और अजम का कॉन्सेप्ट ये है कि जो लोग ओरिजिनली अरब थे उनको जो नॉन अरब स्पीकिंग है उन पर कोई सुपीरियरिटी नहीं है, until unless कि they are really good and they are really following the good practices, they are really gentlemen। आप समझ रहे? तो हमारे यहाँ है, लेकिन उसके कुछ फार्मूले दिए हुए हैं, और हमारे यहाँ फार्मूले देने की वजह यह है कि बंदा जेंटली हो। एजुकेशन ने बड़ा हेल्प किया, हमें बहुत हेल्प किया, लेकिन समटाइम मैंने देखा है कि जो लोग बहुत अच्छे एजुकेटेड हो गए उन्होंने इसको जो है ना अपनी पॉलिटिक्स के लिए ही यूज किया और डिफरेंस को बढ़ाया गया ताकि लोगों में इत्तेफाक ना हो, रिस्पेक्ट ना हो, एंड they will keep leading these kind of people। जिसमें कि जैसे आपने बोला है,
मैंने जो देखा है कि मुस्लिम कम्युनिटी में भी ओके जे जट है, जे राजपूत है, जे गुज्जर है, समथिंग लाइक दैट। एब्सोल्युटली। सो ये जो कम्युनिटी है तो इनमें भी तो इट मींस प्रॉब्लम है इसमें, इनके प्रॉब्लम है। अब उसको शुभ जैदी कैसे बताएं कि प्रॉब्लम है? देखिए मैं आपको बता रहा हूँ, देखिए प्रॉब्लम, अब जैसे अजीत ने कहा कि जब वो शादी देखते हैं ना खुश होते हैं, व्हाट डज मीन कि देयर इज सम इवेंट जहां पर लोग अच्छा काम करते हैं, मेजॉरिटी में नहीं हो रहा। हमारे यहाँ बिल्कुल ऐसे ही है, हमारे पास पॉलिसी जरूर है लेकिन हाउ गुड फॉलोअर वी आर, दिस इज इम्पोर्टेंट। और फिर अगर इसमें यानी आप फिर जैसे मैंने आपसे कहा कि हर जट है, गुज्जर है या जो भी उसकी है, चौधरी है, तो उसकी अपनी एक पहचान रहती है। उसने उसके लिए ना एक आर्टिफिशियल हाउस बनाया हुआ, उस आर्टिफिशियल हाउस से वो बाहर नहीं निकलता। एंड आई थिंक इट्स क्वाइट बिग डिफिकल्ट टारगेट, और आपके इस तरह के प्रोग्राम से शायद कुछ अवेयरनेस जनरेट। शोएब साहब, मैं आपको टोकना चाहता हूँ। जी। ये जो डिफरेंस है ज्यादा कम्युनिटी में उसी में रहता है जो एजुकेशन प्रॉपर नहीं है। जब आप प्रॉपर एजुकेशन आती है और इकोनॉमिक लेवल आपका सिमिलर होता है, देन यू वोंट फील दैट मच डिफरेंस। तो पंजाब में या इंडिया में ऐसा इतना ज्यादा फर्क नहीं है। तो जो लोग एजुकेट हुए हैं, कहना चाह रहे हैं कि इकोनॉमिक लेवल का भी इक्वल होना बड़ा वैल्यू रखेगा। बिल्कुल बिल्कुल। अगर देखो वो फिर तो बात बनती नहीं है ना। अगर इसीलिए क्या कि जो डिप्रेस्ड क्लासेस हैं उनको पहले हमने एजुकेशन देनी है और फिर उनका इकोनॉमिक लेवल राइज करना है। जैसे उनका इकोनॉमिक लेवल राइज होगा, देन दे विल बी कंपैटिबल विद द अदर, एंड देन वी कैन से अगर एक डॉक्टर है तो दूसरा डॉक्टर है। तो मैं आपको बताता हूँ कि जैसे आई बिलोंग टू पंजाब, तो वहाँ कुछ आरएसएस वालों का ऐसा एजेंडा भी था कि जो लोग हाईली एजुकेटेड है फ्रॉम द शेड्यूल कास्ट कम्युनिटी, उनको ग्रैब करना है। तो वो ग्रैबिंग क्या सी कि जो हमारा आईएएस बन गया, जो एडवांस लेवल में चला गया या डॉक्टर बन गया, तो उसको वो प्रोवोक करते थे कि ऐसे फेक लव मैरिज करवानी कि वो, मगर उनका स्टैंडर्ड सही नहीं था। ठीक है, एक डॉक्टर है और एक अनपढ़ या 10th ग्रेड की लड़की है, तो उनका मैचिंग नहीं था। तो आई विल बी हैप्पी अगर एक डॉक्टर है और एक उसका मैच किसी का भी एक डॉक्टर के लेवल का हो, तो देन इट विल बी वर्केबल, उसी के साथ ही हमारी सोसाइटी को फायदा होगा। अदरवाइज हमारी सोसाइटी के पहले हमारे लोग ही इंटरकास्ट मैरिज नहीं करना चाहते थे। इसलिए वो नहीं करना चाहते थे कि जो भी लोअर कास्ट से राइज होते हैं लोग, कोई आईएएस बनता है, कोई डॉक्टर बनता है, तो उनको एक ग्रैब कर लिया जाता था कि ड्रैग अवे फ्रॉम आवर सोसाइटी, ताकि अपनी सोसाइटी के लिए कोई काम ही ना कर सके। तो दूसरी बात और है कि कास्टिज्म की बात करना थोड़ी आपको लज्जा आती है, समझते हैं ना आप? तो हाँ, शर्म आती है किसी को भी। तो हमारी प्रॉब्लम ये रही है कि जो लोग समर्थ थे, जो एजुकेटेड आदमी है या इकोनॉमिकली अच्छा आदमी है, वही किसी चीज को तोड़ सकता है ना। तो बदकिस्मती ये हुई कि जो लोग एजुकेट करके और इकोनॉमिक राइज हो गए, उन्होंने कास्ट सिस्टम की बात करनी बंद कर दी। उनको लगा कि हम इसकी बात करेंगे तो इन्फीरिटी कम्प्लेक्स आएगा। तो जो लोग समर्थ थे इसको तोड़ने के, उन्होंने अपनी जबान बंद कर ली या वो किसी और ऐशो आराम में चले गए। और जो बेचारे गरीब लोग थे उनकी पावर तो पहले नहीं थी। इसलिए इसका जो सिस्टम को ब्रेक का जो करना है, वो भी उसकी प्रोसेसिंग जो है अभी स्लो है। और जो करंट सिस्टम है वो तो बिल्कुल ही इसको ब्रेक डाउन ही कर देगा जो इंडिया में चल रहा है। सो आई एम टारगेटिंग इंडिया नाउ। तो जो इंडिया में सिस्टम चल रहा है वो इंडिया को जो 50-60 साल में जितना राइज किया है उसको बिल्कुल पीछे ले जाएगा। क्योंकि उन लोगों की, आरएसएस वालों की या दूसरों लोगों की समझ है कि हम एक डोमिनेंसी पैदा करेंगे तो फिर राइज होंगे, मगर वो गलत हैं। जो लोग डोमिनेंसी है, सपोज पाकिस्तान में एक मुस्लिम कंट्री है, इज एवरीथिंग गुड, मगर पॉवर्टी उनकी फिर भी नहीं टूट रही। ठीक है, अगर हम एक इंडिया को हम एक हिंदू राष्ट्र बना देंगे, वो तो फिर बैक ले जाएगा।
तो जो माइनॉरिटीज कितनी है, 20% मुस्लिम है, सिख है, बुद्धिस्ट है, उनकी कंट्रीब्यूशन जो है उससे वो कंट्री की खो देगा। ठीक है, अगर आरएसएस की आप अब तो वीडियो भी इतनी मिलती हैं कि वो शरेआम बोलते हैं कि हम हिंदू राष्ट्र बनाएंगे, हम किसी को चीफ मिनिस्टर नहीं बनने देंगे, हम किसी को मिनिस्टर नहीं बन देंगे, नॉन हिंदू को किसी को। तो ये इस सदी में 21st सेंचुरी में दिस इज नॉट पॉसिबल। तो इंडिया ने बहुत राइज किया है, इंडिया तो, मगर वो ये ऐसी ताकतें जो है इंडिया को वापस फिर छीन कर ले जाएगी। ਹਰਜੀਤ ਜੀ, ਤੁਸੀਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਕਾਸਟ ਸਿਸਟਮ ਦਾ ਜਿਹੜਾ ਰੂਪ ਹੈ ਉਹ ਇੰਨਾ ਭੈੜਾ ਨਹੀਂ ਹੈ, ਤੇ ਜੇ ਮੈਂ ਗੱਲ ਕਰਾਂ ਦੁਆਬੇ ਦੀ ਤਾਂ ਮੈਂ ਮੰਨ ਸਕਦਾ ਕਿ ਉੱਥੇ ਇਹ ਹਾਲਾਤ ਨਹੀਂ ਹੈ। ਪਰ ਜੇ ਮੈਂ ਗੱਲ ਕਰਾਂ ਮਾਲਵੇ ਦੀ, ਸੰਗਰੂਰ ਵੱਲ, ਉੱਥੇ ਤੁਸੀਂ ਦੇਖੋ ਕਿ ਬੰਤ ਸਿੰਘ ਉਹਨਾਂ ਦੇ ਹੱਥ ਕੱਟ ਦਿੱਤੇ ਜਾਂਦੇ ਆ, ਤੇ ਲੜਕੀਆਂ ਦਾ, ਉਹਨਾਂ ਦੀ ਲੜਕੀ ਦਾ ਰੇਪ ਕੀਤਾ ਸੀ, ਤੇ ਹੋਰ ਇੱਕ ਦੋ ਇਹੋ ਜਿਹੇ ਕੇਸ ਹੋਏ ਆ ਜਿੱਥੇ ਉਹਨਾਂ ਨੂੰ ਮਾਰ ਦਿੱਤਾ ਗਿਆ। ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਆਪਾਂ ਡਿਸਕਸ ਕਰਨ ਲੱਗੇ ਵੀ ਸੋਚਦੇ ਆ ਕਿ ਆਪਾਂ ਉਹਨੂੰ ਉਹ ਇੱਕ ਸੱਭਿਅਕ ਸ਼ੋਅ ਹੈ, ਉਹਦੇ ਤੇ ਡਿਸਕਸ ਕਰੀਏ ਜਾਂ ਨਾ ਕਰੀਏ। ਤੇ ਜੇ ਮੈਂ ਉਸ ਚੀਜ਼ ਨੂੰ ਦੇਖਾਂ ਤੇ ਉਹਦੇ ਪਿੱਛੇ ਜੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਗੱਲ ਮੈਨੂੰ ਇੱਕ ਯਾਦ ਆਦੀ, ਉਹਨਾਂ ਨੇ ਕਿਹਾ ਜੇ ਤੁਸੀਂ ਕਾਸਟ ਸਿਸਟਮ ਨੂੰ ਸਮਝਣਾ ਹੈ ਤਾਂ ਤੁਹਾਨੂੰ ਪੂਰੇ ਭਾਰਤ ਦੇ ਘੱਟੋ ਘੱਟ 4 ਚੱਕਰ ਲਗਾਉਣੇ ਪੈਣੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? देखो, जिस तरह का बेसिक पहला मैं दस चुका कि एजुकेशन ਜਿਹੜੀ ਆ ਬਹੁਤ ਜ਼ਰੂਰੀ ਆ। ਐਜੂਕੇਸ਼ਨ ਦੇ ਨਾਲ ਹੀ ਸਾਡਾ ਇਕਨੋਮਿਕ ਲੈਵਲ ਜਿਹੜਾ ਉੱਚਾ ਹੁੰਦਾ ਹੈ ਜੀ। ਪੰਜਾਬ ਦੇ ਵਿੱਚ ਜੇ ਆਪਾਂ ਤਿੰਨ ਭਾਗਾਂ ਦੇ ਵਿੱਚ ਆਪਾਂ ਜੇ ਪੰਜਾਬ ਦੀ ਗੱਲ ਕਰੀਏ, ਮਾਝਾ, ਮਾਲਵਾ ਤੇ ਦੁਆਬਾ ਹੈ ਜੀ। ਇਹਦੇ ਵਿੱਚ ਜਿਹੜੀ ਹੈ ਸ਼ੈਡਿਊਲ ਕਾਸਟ ਦੀ ਗਿਣਤੀ ਜਿਹੜੀ ਹੈ ਜ਼ਿਆਦਾ ਇਨ ਦ ਸੈਂਸ ਕਿ ਉੱਥੇ ਜੇ ਮੈਂ ਕੁਝ ਜਾਤੀਆਂ ਦਾ ਨਾਮ ਲੈਣਾ ਪਏਗਾ ਟੂ ਐਨਾਲਾਈਜ਼ ਇਟ, ਕਿ ਪੰਜਾਬ ਜਿਹੜਾ ਦੁਆਬਾ ਰੀਜਨ ਹੈ ਉਹਦੇ ਵਿੱਚ ਚਮਾਰ ਜਿਹੜੀ ਜਾਤੀ ਹੈ ਉਸ ਦੀ ਜ਼ਿਆਦਾ ਸੰਖਿਆ ਹੈ ਜੀ। ਚਮਾਰ ਜਾਤੀ ਨੂੰ ਦੇ ਵਿੱਚ ਜਿਹੜੀ ਜਾਗਰਤੀ ਆਪਾਂ ਕਹਿ ਸਕਦੇ ਹਾਂ ਉਹ ਪਹਿਲਾਂ ਤੋਂ ਆ ਗਈ, ਇਸ ਕਰਕੇ ਉਹਨਾਂ ਦਾ ਇਕਨੋਮਿਕ ਲੈਵਲ ਜਿਹੜਾ ਹੈ ਫਰੋਮ ਦੀ ਅਦਰ ਜਿਹੜੇ ਸੈਗਮੈਂਟਸ ਨੇ ਮਾਝਾ ਔਰ ਮਾਲਵਾ ਜਿਹੜਾ ਹੈ ਉਹਦੇ ਨਾਲੋਂ ਜਿਹੜਾ ਇਕਨੋਮਿਕ ਪੱਧਰ ਜਿਹੜਾ ਹੈ ਉਸ ਦਾ ਬੈਟਰ ਹੈ। ਇਹੀ ਕਾਰਨ ਹੈ ਕਿ ਉੱਥੇ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਜਿਹੜੀ ਆ ਇਸ ਲੈਵਲ ਤੱਕ ਨਹੀਂ ਹੈ। ਤੇ ਆਈ ਬੋਰਨ ਇਨ ਮਾਝਾ ਏਰੀਆ, ਜਿਹਨੂੰ ਅੰਮ੍ਰਿਤਸਰ ਦੂਸਰਾ, ਪਰ ਬਦਕਿਸਮਤੀ ਦੇਖੋ ਕਿ ਉੱਥੇ ਸਿੱਖੀਜ਼ਮ ਇਜ਼ ਦ ਵੈਰੀ ਡੋਮੀਨੇਟਡ। ਜਿਹੜੇ ਜਿੰਨੇ ਵੀ ਗੁਰੂ ਹੋਏ ਨੇ ਮਾਝੇ ਦੇ ਵਿੱਚ ਜਿਹੜੇ ਨੇ ਦੇ ਵਰ ਡੋਮੀਨੇਟਡ ਇਨ ਦੈਟ ਏਰੀਆ, ਪਰ ਉੱਥੇ ਜਿਹੜੀ ਕਾਸਟ ਸਿਸਟਮ ਜਿਹੜੀ ਆ ਉੱਥੇ ਬਹੁਤ ਜ਼ਿਆਦਾ ਹੈ। ਉਹਦਾ ਕਾਰਨ ਹੈ ਕਿ ਜਿਹੜੀ ਉੱਥੇ ਡੋਮੀਨੇਟਿੰਗ ਜਿਹੜੀ ਸ਼ਡਿਊਲ ਕਾਸਟ ਹੈਗੀ ਆ ਉਹ ਹੈਗੇ ਮਜਬੀ ਸਿੱਖ, ਜਿਹਨੂੰ ਆਪਾਂ ਕਹਿੰਦੇ ਆ, ਪਰ ਉਹਨਾਂ ਦਾ ਜਿਹੜਾ ਇਕਨੋਮਿਕ ਲੈਵਲ ਰਾਈਜ਼ ਨਹੀਂ ਹੋ ਸਕਿਆ। ਬਦਕਿਸਮਤੀ ਦੇ ਨਾਲ ਜਿਹੜੇ ਉਹ ਐਜੂਕੇਸ਼ਨ ਨਹੀਂ ਲੈ ਸਕੇ, ਇਸ ਕਰਕੇ ਉਹਨਾਂ ਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ। ਇਸ ਤਰ੍ਹਾਂ ਜੇ ਤੁਸੀਂ ਮਾਲਵਾ ਬੈਲਟ ਕਰੋ ਉੱਥੇ ਵੀ ਇਹੀ ਹਾਲ ਆ। ਉੱਥੇ ਜਿਹੜੇ ਈਵਨ ਜਿਹੜੇ ਚਮਾਰ ਜਿਹੜੇ ਨੇ ਉਹ ਸਿੱਖ ਨੇ, ਬਹੁਤ ਸਾਰੇ ਸਿੱਖ ਨੇ, ਤੇ ਪਰ ਉਹਨਾਂ ਦੇ ਵਿੱਚ ਵੀ ਐਜੂਕੇਸ਼ਨ ਜਿਹੜਾ ਲੈਵਲ ਆ ਉਸ ਦਾ ਲੋ ਹੋਣਾ ਜਿਹੜਾ ਹੈ ਉਹ ਜਿਹੜਾ ਇਸ ਚੀਜ਼ ਨੂੰ ਜਿਹੜਾ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਸ ਚੀਜ਼ ਨੂੰ ਬੜਾਵਾ ਦਿੰਦਾ ਹੈ। ਇੱਕ ਗੱਲ ਮੈਂ ਇੱਥੇ ਹੋਰ ਕਹਿਣੀ ਚਾਹਨਾ ਜੀ, ਸਾਡੇ ਸਿਸਟਮ ਇੰਡੀਆ ਦੇ ਵਿੱਚ ਇੱਕ ਜਿਹੜਾ ਕਮਿਊਨਿਜ਼ਮ ਜਿਹੜਾ ਚੱਲਿਆ, ਜਿਹੜਾ ਕਮਿਊਨਿਸਟ ਪਾਰਟੀਆਂ ਦਾ ਜਿਹੜਾ ਬੋਲਬਾਲਾ ਵੀ ਰਿਹਾ, ਉਹਨਾਂ ਦੇ ਵਿੱਚ ਇਹ ਹੈ ਕਿ ਕਮਿਊਨਿਸਟ ਜਿਹੜਾ ਸਿਸਟਮ ਹੈ ਉਹ ਇੱਕ ਕਲਾਸ ਸਿਸਟਮ ਦੇ ਵਿੱਚ ਵਰਕ ਕਰਦਾ ਹੈ, ਪਰ ਇੰਡੀਆ ਦੇ ਵਿੱਚ ਜਿਹੜੀ ਹੈ ਉਹ ਇਨਗ੍ਰੇਡਡ ਜਿਹੜੀ ਕਾਸਟ ਸਿਸਟਮ ਹੈਗਾ। ਬਹੁਤ ਸਾਰੇ ਈਵਨ ਜੇ ਤੁਸੀਂ ਜਿਹੜੇ ਲੀਡਰ ਦੇਖੋਗੇ, ਮਜ਼ਦੂਰ ਲੀਡਰ ਵੀ ਦੇਖੋਗੇ, ਜਿਹੜਾ ਉਹਨਾਂ ਦਾ ਲੀਡਰ ਹੋਏਗਾ ਉਹ ਹਮੇਸ਼ਾ ਅਪਰ ਕਾਸਟ ਹੋਏਗਾ। ਬੜੀ ਦਿਲਚਸਪ ਦੇਖੀ ਹੈ ਕਿ ਮਜ਼ਦੂਰ ਸੰਘ ਹੋਏਗਾ, ਦੂਸਰਾ ਹੋਏਗਾ, ਪਰ ਉਹਨਾਂ ਦਾ ਜਿਹੜਾ ਲੀਡਰ ਆ ਉਹ ਸ਼ਰਮਾ ਹੋਏਗਾ ਜਾਂ ਕੋਈ ਹਾਇਰ ਕਾਸਟ ਦੇ ਵਿੱਚੋਂ ਹੋਏਗਾ। ਇਸ ਕਾਰਨ ਜਿਹੜਾ ਹੈ ਉਹ ਸਿਰਫ ਉਸ ਚੀਜ਼ ਨੂੰ ਮਿਸ ਯੂਟਿਲਾਈਜ਼ ਹੀ ਕਰਦੇ ਨੇ, ਪਰ ਉਹ ਆਪਣੇ ਜਿਹੜਾ ਸਿਸਟਮ ਹੈ ਉਹਦੇ ਵਿੱਚੋਂ ਕਾਸਟ ਸਿਸਟਮ ਨੂੰ ਜਿਹੜਾ ਇਰਾਡੀਕੇਟ ਨਹੀਂ ਕਰਨਾ ਚਾਹੁੰਦੇ। ਪਰ ਮੈਂ ਖੁਸ਼ੀ ਹੈ ਕਿ ਹੌਲੀ ਹੌਲੀ ਜਿਹੜਾ ਸਾਡਾ ਸਿਸਟਮ ਜਿਹੜਾ ਉਹ ਬਦਲ ਰਿਹਾ, ਪਰ ਸਟਿਲ ਇਸ ਨੂੰ ਚੀਜ਼ ਨੂੰ ਕਰਨ ਦੇ ਵਿੱਚ ਟਾਈਮ ਲੱਗੇਗਾ। ਬਹੁਤ ਸਾਰੀਆਂ ਟੈਕਨੀਕਲ ਐਗਜ਼ਾਮਪਲਸ ਵੀ ਨੇ ਸਾਡੇ ਕੋਲ ਕਿ ਸਾਡੇ ਲੋਕ ਜਿਹੜੇ ਬਹੁਤ ਐਜੂਕੇਟਡ ਲੋਕ ਨੇ, ਮੇਰੇ ਖਾਸ ਰਿਸ਼ਤੇਦਾਰ, ਉਹ ਬੜੇ ਮਤਲਬ ਜਦੋਂ ਬਾਹਰਲੇ ਸੂਬਿਆਂ 'ਚ ਜਾਂਦੇ ਨੇ ਤੇ ਜਦੋਂ ਤੁਸੀਂ ਕਿਰਾਏ ਤੇ ਮਕਾਨ ਲੈਣਾ ਹੁੰਦਾ, ਫਿਰ ਜਦੋਂ ਤੁਹਾਨੂੰ ਕਾਸਟ ਪੁੱਛੀ ਜਾਂਦੀ ਹੈ ਤੇ ਫਿਰ ਤੁਸੀਂ ਸੋਚਦੇ ਕਿ ਅਸੀਂ ਕਿਹੜੀ ਸਦੀ ਵਿੱਚ ਵਿਚਰ ਰਹੇ ਹਾਂ। ਇਸ ਤਰ੍ਹਾਂ ਜਦੋਂ ਇੰਸੀਡੈਂਟ ਹੁੰਦੇ ਨੇ ਦੈਨ ਫਿਰ ਸਾਨੂੰ ਬੜਾ ਦੁੱਖ ਲੱਗਦਾ ਹੈ। ਅੱਛਾ ਜੀ, ਹਰਜੀਤ ਜੀ, ਮੈਂ ਤੁਹਾਡੇ ਕੋਲ ਆਣਾ। ਸਾਡੇ ਨਾਲ ਅਜਾਜ ਮਾਨਕੂ ਜੀ
जो श्रीनगर से हैं उनके साथ फोन से राब्ता हुआ है। तो अजाज जी, स्वागत है आपका टीवी एशिया पे। आप मेरी बात सुन रहे हैं? आवाज आ रही है आपको? बिल्कुल आ रही है, आ रही है जी। वेलकम है आपका टीवी एशिया पे। थैंक यू सर। सर पहले थोड़ा आपके बारे में जानते हैं, थोड़ा दर्शकों को बताएंगे जो श्रोते सुन रहे हैं आपको, कि आपको जो अराउंड 102 देशों में सुना जा रहा है, आपका प्रोग्राम देखा जा रहा है, तो कुछ अपने बारे में, कुछ कहाँ से हैं, क्या करते हैं, तो अपना नाम तो जरा दर्शकों को बताएं प्लीज। सर मेरा नाम एजाज है, मैं कश्मीर से बिलोंग करता हूँ जी। तो कश्मीर के मतलब डिस्ट्रिक्ट बडगाम से मैं बिलोंग करता हूँ जी। कश्मीर तो एक जन्नत है, जो मैंने भी विजिट किया कश्मीर को, मैंने देखा क्या खूबसूरती है कश्मीर की। तो जब मैं पहली बार कश्मीर गया था तो देखा कि कैसे खूबसूरती है, हर तरफ वादियां से घिरा हुआ। तो वो तो एक क्या कैसे बोलेंगे कश्मीर के बारे में? बिल्कुल बिल्कुल बिल्कुल, कश्मीर तो वाकई जन्नत है, लेकिन इसमें कुछ ऐसे हालात हो गए जब हम देखें कश्मीर के हालात, खासकर जब से आर्टिकल 370 हट गया। हाँ, अभी 370 हट गया, ठीक है जी। उससे मतलब तब से अभी कोई डेवलपमेंट नहीं है, कोई कुछ नहीं है। हाँ। सिर्फ रास्ती बातें हैं। अच्छा, कोई भी डेवलपमेंट नहीं हो पा रही? कोई डेवलपमेंट नहीं है, कोई कुछ नहीं है। तो आप क्या कहना चाहते हैं कि क्या रीजन क्या हो सकता है, डेवलपमेंट क्यों नहीं है? तो गवर्नमेंट उसके लिए कुछ नहीं दे रही, कोई पैकेज नहीं दे रही, आप क्या चाहते हैं गवर्नमेंट से? देखिए, डेवलपमेंट हो जाए, या कश्मीर तो डिपेंडेबल है टूरिज्म पे, जी। और कश्मीर के जो हालात हैं इनको सुधारने के लिए जब तक यहाँ की लीडरशिप से अच्छे से बातचीत नहीं होती है जी, तब तक कश्मीर के हालात वैसे के वैसे ही रह जाते हैं। जी। जो आज हर एक जी 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 हर एक इंसान चाहता है डेवलपमेंट, क्योंकि जब हम देखें मतलब सभी जगहों पे लोग इस चीज से खुश है कि डेवलपमेंट हो जाए, लेकिन डेवलपमेंट के लिए एक माहौल भी वैसा होना चाहिए। जी। जैसे आज का जो हमारा टॉपिक है ये है इंटरनेशनल माइनॉरिटी। तो हाँ जी, सुन रहे हैं आप मेरी आवाज को? नहीं, आपकी आवाज कट रही है। अच्छा, मे बी जे सिग्नल का कुछ इशू होगा, क्योंकि हम यहाँ ब्रिस्बेन स्टूडियो में बैठे हैं, तो अजाज साहब श्रीनगर में हैं। तो ये जो है आपसे जानना चाहते हैं, हम बात कर रहे हैं इंटरनेशनल माइनॉरिटी पे। तो आप जैसे आप इंडिया में रहते हैं, तो माइनॉरिटी को वहां पे कैसे देखते हैं? माइनॉरिटी की क्या कंडीशन है वहां पे? मेरी आवाज क्लियर नहीं आ रही है। मैंने कहा, सॉरी, ये लगता है कि हमसे राब्ता नहीं हो पा रहा, फिर कॉल कट गया। हम दोबारा कनेक्ट करने की कोशिश करते हैं उनसे, तो तब तक बात करते हैं हरजीत सिंह से। जी सर, आपसे मैं बात कर रहा था, तो आपने कहा कि मैं सर तुसी गल की कि मैं गुरदासपुर माझे तो जी, माझा डिस्ट्रिक्ट की गल की। माझा ਦੇ ਵਿੱਚ ਇੱਕ ਹੋਰ ਮਾਈਨॉरिटी ਜਿਹੜੀ ਕਮਿਊਨਿਟੀ ਹੈ, ਕ੍ਰਿਸਚੀਅਨ ਕਮਿਊਨਿਟੀ ਉੱਥੇ ਬਹੁਤ ਜ਼ਿਆਦਾ ਹੈ जी। इस करके क्योंकि मेरा पॉलिटिकल थोड़ा जिहा भी इंटरेस्ट रहा जी। एक बड़े खास रिश्तेदार ने इलेक्शन भी लड़ी है, ते उदों मैनू काफी गुरदासपुर कपूरथला घूमन का मौका मिलिया जी। ते मैं देखिया कि उत्थे पिकट दे विच जिहड़े आ क्रिश्चियन जिहड़े ने उन्हां दी विच आबादी मैनू दिखाई दिती, क्योंकि मेरा शुरू तो इंटरेस्ट जिस तरह तुहानू रहा कि एक मेरी कजन सी, ओदी एक ना फ्रेंड सीगी, ओ एक दिन साडे घर आ गई जी। ते ओ शी वाज ए क्रिश्चियन, ते मैं जानबूझ के ओनू क्वेश्चन पुछया कि तुहाडी कास्ट की है। मैनू पता सी कि शी वाज कन्वर्टेड,
ਸੌਰੀ ਮੈਂ ਫਿਰ ਕਾਸਟ ਦਾ ਨਾਮ ਲੈਣ ਲੱਗਿਆ, ਉੱਥੇ ਜਿਹੜੇ ਨੇ ਗੁਰਦਾਸਪੁਰ ਜਾਂ ਦੂਸਰੇ ਏਰੀਏ ਦੇ ਵਿੱਚ ਜਿਹੜੇ ਕੁਝ ਸਾਂਸੀ ਨੇ ਜਾਂ ਇਸ ਤਰ੍ਹਾਂ ਦੇ ਜਿਹੜੀਆਂ ਹੋਰ ਵੀ, ਕਿਉਂਕਿ ਬਹੁਤ ਸਾਰੀਆਂ ਜਾਤਾਂ ਨੇ ਨਾ, ਉਹਨਾਂ ਨੇ ਕ੍ਰਿਸਚੀਅਨਿਟੀ ਨੂੰ ਅਡਾਪਟ ਕੀਤਾ, ਤੇ ਉਹ ਕੁੜੀ ਵਿਚਾਰੀ ਨਾ ਮਤਲਬ ਪਾਣੀਓ ਪਾਣੀ ਜਿਸ ਤਰ੍ਹਾਂ ਹੋ ਗਈ ਕਿ ਮੈਨੂੰ ਇਹਨੇ ਕਿਸ ਤਰ੍ਹਾਂ ਕੁਐਸਚਨ ਪੁੱਛ ਲਿਆ। ਪਰ ਮੈਂ ਉਸ ਚੀਜ਼ ਨੂੰ ਉਹਨੂੰ ਬੋਲਡ ਕਰਨਾ ਚਾਹੁੰਦਾ ਸੀ। ਫਿਰ ਮੈਂ ਉਹਨੂੰ ਦੱਸਿਆ ਕਿ ਜੇ ਤੈਨੂੰ ਅੱਗੇ ਤੋਂ ਕੋਈ ਕੁਐਸਚਨ ਪੁੱਛੇ ਤੇ ਤੂੰ ਇਹ ਜਵਾਬ ਦੇਣਾ ਕਿ ਕ੍ਰਿਸਚਨ ਦੇ ਵਿੱਚ ਜਾਤ ਪਾਤ ਨਹੀਂ ਹੁੰਦੀ। ਉਸ ਦਾ ਮੂੰਹ ਇਸ ਤਰ੍ਹਾਂ ਤੋਂ ਬੰਦ ਕਰਨਾ ਕਿ ਤੂੰ ਇਹ ਕਹਿਣਾ ਕਿ ਕ੍ਰਿਸਚਨ ਦੇ ਵਿੱਚ ਜਾਤ ਪਾਤ ਜਿਹੜੀ ਨਹੀਂ ਹੈ। ਇਸੇ ਤਰ੍ਹਾਂ ਹੀ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਗੁਰਦਾਸਪੁਰ ਏਰੀਆ ਦੇ ਵਿੱਚ ਕਾਫੀ ਅਜੇ ਕ੍ਰਿਸਚੀਅਨਿਟੀ ਜਿਹੜੀ ਆ ਹੋਈ ਆ, ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਮੇਰਾ ਫਰੈਂਡ ਹੈ, ਉਹਦਾ ਗੁਰਦਾਸਪੁਰ ਦੇ ਵਿੱਚ ਹੈਗਾ ਏਰੀਆ ਦੇ ਵਿੱਚ, ਕਿਉਂਕਿ ਉਸ ਦੇ ਜਿਹੜੇ ਫਾਦਰ ਸੀਗੇ ਉਹ ਥੋੜਾ ਜਿਹਾ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਸੀਗੇ, ਤੇ ਉਸ ਬੰਦੇ ਨੇ ਨਾ 1 ਲੱਖ ਰੁਪਇਆ ਜਿਹੜਾ ਗੁਰਦੁਆਰੇ ਨੂੰ ਦਿੱਤਾ, ਤੇ ਜਿਹੜੇ ਉਹ ਮਸੀਹ ਭਾਈਚਾਰੇ ਦੇ ਲੋਕ ਸੀਗੇ ਉਹਦੇ ਕੋਲ ਆਏ, ਕਹਿੰਦੇ ਯਾਰ ਅਸੀਂ ਤੈਨੂੰ ਵੋਟਾਂ ਪਾਉਂਦੇ ਰਹੇ ਤੁਹਾਡੇ ਟੱਬਰ ਨੂੰ, ਤੂੰ ਸਾਨੂੰ ਤੇ ਕੁਝ ਨਹੀਂ ਦੇ ਕੇ ਗਿਆ। ਤੇ ਉਸ ਬੰਦੇ ਨੇ ਉਹਨਾਂ ਦੀ ਇੱਕ ਪੂਰੀ ਚਰਚ ਬਣਾ ਕੇ ਦੇ ਦਿੱਤੀ, ਇੱਕ ਪੂਰੀ, ਆਈ ਥਿੰਕ ਹੀ ਸਪੈਂਡ ਅਬਾਊਟ 10 ਲੱਖ ਰੁਪਇਆ ਉਹਦੀ ਚਰਚ ਤੇ ਲਾ ਦਿੱਤਾ। ਤੇ ਉਹਨਾਂ ਨੇ ਇਸ ਤਰ੍ਹਾਂ ਕਿ ਉਹ ਵਿਚਾਰਿਆਂ ਨੂੰ ਉਹਨੂੰ ਚਰਚ ਜਿਹੜੀ ਹੈ ਉਹਨੂੰ ਐਜ ਏ ਕਮਿਊਨਿਟੀ ਹਾਲ ਯੂਜ਼ ਕਰਦੇ ਨੇ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ। ਪਰ ਫਿਰ ਉਹੀ ਗੱਲ ਹੋਈ, ਜੇ ਤੁਸੀਂ ਡੀਪਲੀ ਐਨਾਲਿਸਿਸ ਕਰੋਗੇ, ਬੇਸ਼ੱਕ ਉਹ ਕ੍ਰਿਸਚੀਅਨ ਬਣ ਗਏ ਨੇ, ਪਰ ਉਹਨਾਂ ਦੇ ਵਿੱਚ ਜਿਹੜਾ ਕ੍ਰਾਈਮ ਰੇਟ ਹੈ ਉਹ ਨਹੀਂ ਘਟਿਆ। ਉਹਦਾ ਕਾਰਨ ਇਹ ਹੈ ਕਿ ਉਹਨਾਂ ਦੇ ਵਿੱਚ ਐਜੂਕੇਸ਼ਨ ਲੈਵਲ ਨਹੀਂ ਆ ਸਕੀ, ਤੇ ਸੈਕੰਡਲੀ ਹੈ ਕਿ ਦੇ ਆਰ ਆਲਸੋ ਆਈਸੋਲੇਟਡ ਰਹੇ ਨੇ। ਹੁਣ ਵੀ ਜਿੰਨੇ ਕ੍ਰਿਸਚੀਅਨਸ ਨੇ ਇੰਡੀਆ ਦੇ ਵਿੱਚ ਵੀ ਜੇ ਤੁਸੀਂ ਜਾਓਗੇ, ਉਹ ਆਈਸੋਲੇਟਡ ਨੇ। ਇਸ ਕਰਕੇ ਜਿਹੜਾ ਉਹ ਕਮਿਊਨਿਟੀ ਦੇ ਵਿੱਚ ਬਹੁਤਾ ਵਿਚਰਦੇ ਨਹੀਂ ਗੇ, ਉਹਨਾਂ ਦੀ ਇਕਨੋਮਿਕ ਲੈਵਲ ਜਿਹੜਾ ਹੈ ਉਹ ਬਹੁਤਾ ਵਧੀਆ ਨਹੀਂ ਹੈ। ਕੁਝ ਲੋਕ ਤੇ ਮੈਂ ਇਹ ਵੀ ਦੇਖਿਆ ਕਿ ਵਿਚਾਰੇ ਜਿਹੜੀ 2 ਨੰਬਰ ਵਾਲੀ ਸ਼ਰਾਬ ਵੇਚ ਕੇ ਇਸ ਤਰ੍ਹਾਂ ਜਿਹੜਾ ਗੁਜ਼ਾਰਾ ਕਰਦੇ ਨੇ, ਪਰ ਉਹਦਾ ਜਿਹੜਾ ਇੱਕ ਲੈਵਲ ਜਿਹੜਾ ਹੋਣਾ ਚਾਹੀਦਾ ਸੀਗਾ ਉਹ ਲੈਵਲ ਨਹੀਂ ਜਾ ਸਕਦਾ। ਹਰਜੀਤ ਜੀ, ਮੈਂ ਤੁਹਾਡੀ ਸੌਰੀ ਇੱਥੇ ਗੱਲ ਵਿੱਚ ਲੈ ਰਿਹਾ ਕਿ ਜਿਹੜਾ ਕਿ ਇਹ ਇੱਕ ਕੋਈ ਵੀ ਖਿੱਤਾ, ਕੋਈ ਵੀ ਕਮਿਊਨਿਟੀ ਹੈ, ਉਹ ਕੀ ਕਿੱਤਾ, ਅਸੀਂ ਇੱਕ ਕਮਿਊਨਿਟੀ ਦੇ ਨਾਲ ਇੱਕ ਕਿੱਤਾ ਨਹੀਂ ਜੋੜ ਕੇ ਦੇਖ ਸਕਦੇ। ਕਿਉਂਕਿ ਜੇ ਆਪਾਂ ਗੱਲ ਕਰੀਏ ਸ਼ੁਰੂ ਦੇ ਵਿੱਚ, ਜੇ ਆਪਾਂ ਉਸ ਸਿਸਟਮ ਨੂੰ ਦੇਖੀਏ ਤੇ ਭਾਰਤ ਦੇ ਵਿੱਚ ਲਗਭਗ 7000 ਦੇ ਲਾਗੇ ਜਾਤਾਂ ਨੇ, ਬਿਲਕੁਲ, ਜੇ ਤੁਸੀਂ ਜਾਤਾਂ ਦੀ ਗੱਲ ਕਰਦੇ ਆ। ਤੇ ਪਰ ਇੱਥੇ ਸਾਡੀ ਗੱਲ ਹੋ ਰਹੀ ਕਿ ਉਹਨਾਂ ਦੀ ਕੰਡੀਸ਼ਨ ਕੀ ਹੈ, ਉਹ ਕੀ ਕਰਦੇ, ਕੌਣ ਕੀ ਕਰਦਾ, ਉਹ ਆਪਾਂ ਕਦੇ ਅਗਲੇ ਪ੍ਰੋਗਰਾਮ 'ਚ ਡਿਸਕਸ ਕਰਾਂਗੇ। ਪਰ ਅੱਜ ਦੇ ਹਾਲਾਤ ਇਹ ਹੈ ਕਿ ਉਹ ਜਿਹੜੀ ਕਮਿਊਨਿਟੀ ਹੈ ਕਿ ਉਹ ਉੱਥੇ ਕਿਵੇਂ ਰਹਿ ਰਹੀ ਹੈ। ਤੇ ਜਿਵੇਂ ਕਿ ਜੇ ਆਪਾਂ ਇੱਥੇ ਆਸਟ੍ਰੇਲੀਆ 'ਚ ਦੇਖੀਏ, ਇੱਥੇ ਕ੍ਰਿਸਚਨ ਮਾਈਨੋਰਿਟੀਜ਼ ਨਹੀਂ ਨੇ, ਇੱਥੇ ਮਾਈਨੋਰਿਟੀਜ਼ ਦੇ ਵਿੱਚ ਹੋਰ ਕਮਿਊਨਿਟੀਜ਼, ਹਿੰਦੂ, ਮੁਸਲਿਮ, ਜਾਂ ਤੁਸੀਂ ਲਗਾ ਲਓ ਕਿ ਹੁਣ ਭਾਰਤ ਦੇ ਵਿੱਚ ਜੇ ਭਾਰਤ ਦੀ ਗੱਲ ਕਰੀਏ, ਉੱਥੇ ਮਾਈਨੋਰਿਟੀਜ਼ ਦੇ ਵਿੱਚ ਮੁਸਲਿਮ ਨੇ, ਉੱਥੇ ਮਾਈਨੋਰਿਟੀਜ਼ ਦੇ ਵਿੱਚ ਦਲਿਤ ਨੇ, ਉੱਥੇ ਮਾਈਨੋਰਿਟੀਜ਼ ਦੇ ਵਿੱਚ ਸਿੱਖ ਨੇ, ਉੱਥੇ ਜੈਨ ਨੇ, ਤੇ ਹੋਰ ਵੀ ਬਹੁਤ ਸਾਰੇ ਕ੍ਰਿਸਚੀਅਨ ਨੇ, ਹੋਰ ਵੀ ਬਹੁਤ ਸਾਰੇ। ਸੋ ਸਾਡੇ ਕੋਲ ਸਮਾਂ ਵੀ ਥੋੜਾ ਰਹਿੰਦਾ ਹੈ ਤੇ ਆਪਾਂ ਸ਼ੋਇਬ ਸਾਹਿਬ ਨਾਲ ਵੀ ਗੱਲ ਕਰਨੀ ਹੈ। ਜਾਂਦੇ ਜਾਂਦੇ ਆਪਾਂ ਇਹ ਗੱਲ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਕਮਿਊਨਿਟੀਜ਼ ਨੂੰ, ਮਾਈਨੋਰਿਟੀ ਨੂੰ ਉੱਪਰ ਚੁੱਕਣ ਦੇ ਲਈ ਕੀ ਸਭ ਤੋਂ ਵੱਡੀ ਕੀ ਹੈ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਉਹਦੇ ਲਈ? ਦੇਖੋ, ਜਿੰਨੀ ਦੇਰ ਤੱਕ ਮਾਈਨੋਰਿਟੀ ਜਿਹੜੀਆਂ ਨੇ ਇਕੱਠੀਆਂ ਨਹੀਂ ਹੁੰਦੀਆਂ, ਉਨੀ ਦੇਰ ਤੱਕ ਇਹਨਾਂ ਦਾ ਜਿਹੜਾ ਕੱਲੇ ਜਿਹੜੇ ਕੁੱਟ ਖਾਂਦੇ ਨੇ। ਠੀਕ ਆ, ਜਦੋਂ ਮਤਲਬ ਸਾਨੂੰ ਪਾੜਿਆ ਇਸ ਤਰ੍ਹਾਂ ਗਿਆ ਕਿ ਜਦੋਂ ਇੱਕ ਨੂੰ ਜੁੱਤੀਆਂ ਪੈਂਦੀਆਂ ਦੂਜਾ ਚੁੱਪ ਕਰ ਰਹਿੰਦਾ। ਠੀਕ ਆ, ਜੇ ਪੰਜਾਬ ਦੀ ਇੰਡੀਆ ਦੀ ਜੇ ਗੱਲ ਕਰੀਏ, ਸਭ ਤੋਂ ਪਹਿਲਾਂ ਨੇ ਚਲੋ ਬਾਬਰੀ ਮਸਜਿਦ ਨੂੰ ਗਿਰਾਇਆ ਤੇ ਲੋਕਾਂ ਨੇ ਸੋਚਿਆ ਕਿ ਚਲ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ, ਦੂਜੇ ਸਾਰੇ ਚੁੱਪ ਕੀਤੇ ਰਹੇ। ਠੀਕ ਆ, ਜੇ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਤੇ ਉਹਨਾਂ ਨੂੰ ਲੱਗਿਆ ਕਿ ਚਲੋ ਸਿੱਖਾਂ ਨੂੰ ਢਾਇਆ ਹੋਇਆ ਤੇ ਚਲੋ ਬਾਕੀ ਚੁੱਪ ਰਹੇ। ਇਸੇ ਤਰ੍ਹਾਂ ਜਦੋਂ ਸ਼ੈਡਿਊਲ ਕਾਸਟ ਦੀ ਗੱਲ ਆਉਂਦੀ ਹੈ ਤੇ ਜਿਹੜੇ ਦੂਜੇ ਲੋਕ ਨੇ ਉਹ ਚੁੱਪ ਕਰ ਜਾਂਦੇ ਨੇ। ਸਾਨੂੰ ਇਹ ਸਮਝਣਾ ਪਏਗਾ ਕਿ ਸਾਡਾ ਦੁਸ਼ਮਣ ਸਾਰਿਆਂ ਦਾ ਇੱਕੋ ਹੀ ਹੈ। ਠੀਕ ਹੈ, ਉਹ ਦੁਸ਼ਮਣ ਦੀ ਗਿਣਤੀ ਬਹੁਤ ਘੱਟ ਆ। ਮੈਂ ਹੋਰ ਗੱਲ ਕਹਿਣਾ ਕਿ ਜਿਹੜਾ ਬ੍ਰਾਹਮਣ ਜਿਹੜਾ ਨਾ ਉਹ ਬੜਾ ਸ਼ੈਤਾਨ ਹੈ। ਬ੍ਰਾਹਮਣ ਨੂੰ ਪਤਾ ਕਿ ਮੈਂ 3% ਇੰਡੀਆ ਦੇ ਵਿੱਚ ਹਾਂ, ਮੈਂ ਡਾਇਰੈਕਟ ਜਿਹੜਾ ਲੜਾਈ ਨਹੀਂ ਲੜ ਸਕਦਾ। ਉਹ ਕੀ ਕਰਦਾ,
ਉਹ ਬੈਕਵਰਡ ਕਲਾਸਿਸ ਨੂੰ ਅੱਗੇ ਲਾਉਂਦਾ ਹੈ, ਬ੍ਰਾਹਮਣ ਪਿੱਛੇ ਰਹਿੰਦਾ ਹੈ। ਬੈਕਵਰਡ ਕਲਾਸਿਸ ਨੂੰ ਅੱਗੇ ਲਾ ਕੇ ਕਰ ਰਹੇ ਹੋ ਜਾਂ ਬ੍ਰਾਹਮਣਵਾਦ ਹੀ ਕਰ ਰਹੇ ਹੋ? ਹਾਂਜੀ, ਬ੍ਰਾਹਮਣਵਾਦ ਦੀ ਗੱਲ ਕਰ ਰਿਹਾ। ਹਾਂਜੀ, ਉਹ ਜਿਹੜਾ ਸਿਸਟਮ ਜਿਹੜਾ ਹੈ ਬ੍ਰਾਹਮਣਵਾਦ ਦਾ ਸਿਸਟਮ ਜਿਹੜਾ ਹੈ ਉਹ ਕੀ ਕਹਿੰਦਾ ਕਿ ਉਹ ਪਿੱਛੇ ਰਹਿੰਦਾ ਹੈ ਤੇ ਜਿਹੜਾ ਦੂਸਰਾ ਬੈਕਵਰਡ ਆ ਉਹਨੂੰ ਅੱਗੇ ਲਾ ਕੇ ਉਹਨੂੰ ਆਪਸ ਵਿੱਚ ਲੜਾਈ ਲੈਂਦਾ ਹੈ। ਜਿਸ ਤਰ੍ਹਾਂ ਮੈਂ ਤਾਂ ਦੱਸਿਆ ਕਿ ਸਿੱਖੀ ਦਾ ਜਿਹੜਾ ਪੈਦਾ ਜਿਹੜੀ ਹੈ ਉਹ ਇਸੇ ਕਾਰਨ ਹੋਈ ਹੈ ਕਿ ਜਾਤ ਪਾਤ ਨੂੰ ਖਤਮ ਕਰਨਾ ਹੈ, ਗਰੀਬ ਨੂੰ ਜਿਹੜਾ ਉੱਪਰ ਚੁੱਕਣਾ ਹੈ। ਪਰ ਮੈਂ ਇਹ ਨਹੀਂ ਦੇਖਿਆ ਕਿ ਜਿਹੜੀ ਪਲਾਥੇ ਏਰੀਆ ਜਿਹੜਾ ਬੀਬੀ ਜਗੀਰ ਕੌਰ ਜਿਹੜੀ ਕਿ ਬਹੁਤ ਦੇਰ ਪ੍ਰਧਾਨ ਰਹੀ ਐਸਜੀਪੀਸੀ ਦੀ, ਹੁਣ ਵੀ ਐਸਜੀਪੀਸੀ ਦੀ ਪ੍ਰਧਾਨ ਹੈ, ਉਹਦੇ ਏਰੀਏ ਦੇ ਵਿੱਚ ਹੀ ਬਹੁਤ ਸਾਰੇ ਲੋਕ ਕ੍ਰਿਸਚੀਅਨ ਬਣੇ ਨੇ। ਜੇ ਤੁਸੀਂ ਸਿੱਖੀ ਨੂੰ ਇੰਨਾ ਪ੍ਰਫੁੱਲਿਤ ਕਰਦੇ ਹੋ ਤੇ ਲੋਕਾਂ ਨੂੰ ਕ੍ਰਿਸਚੀਅਨ ਬਣਨ ਦੀ ਜਾਂ ਹੋਰਨਾਂ ਧਰਮ ਪਰਿਵਰਤਨ ਕਰਨ ਦੀ ਲੋੜ ਨਹੀਂ ਹੈ। ਜੇ ਇੱਕ ਸਾਰੇ ਪੰਜਾਬ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਹੜੇ ਡਿਪਰੈਸਡ ਕਲਾਸਿਸ ਨੇ ਜੇ ਸਿੱਖੀ ਦੇ ਨਾਲ ਜੁੜ ਜਾਣ ਤੇ ਜਿਹੜੀ ਸਿੱਖੀ ਹੈ ਉਹ ਵੀ ਇੱਕ ਮਜ਼ਬੂਤ ਹੋਏਗੀ ਤੇ ਮਜ਼ਬੂਤ ਹੋਣ ਦੇ ਨਾਲ ਜਿਹੜਾ ਮਿਨੋਰਿਟੀ ਦੂਜੀਆਂ ਮਿਨੋਰਿਟੀਜ਼ ਆ ਉਹਨੂੰ ਵੀ ਅਸੀਂ ਸਪੋਰਟ ਕਰ ਸਕਾਂਗੇ। ਜੀ ਬਿਲਕੁਲ। ਮੈਂ ਸਵਾਲ ਦਾ ਰੁਖ ਕਰਦਾ ਸਾਡੇ ਜਿਹੜੇ ਸਟੂਡੀਓ 'ਚ ਪ੍ਰਾਹੁਣੇ ਆਏ ਨੇ ਸ਼ੋਇਬ ਜ਼ਾਦੀ ਸਾਹਿਬ। ਸ਼ੋਇਬ ਸਾਹਿਬ, ਜਿਵੇਂ ਕਿ ਹਰਜੀਤ ਜੀ ਨੇ ਦੱਸਿਆ ਕਿ ਮਾਈਨੋਰਿਟੀ ਦੇ ਜਿਹੜੇ ਉਹਨਾਂ ਨੇ ਗੱਲ ਕੀਤੀ ਕਿ ਸਭ ਤੋਂ ਵੱਡਾ ਜੋ ਗੱਲ ਦਾ ਨਿਚੋੜ ਮੈਂ ਦੇਖਿਆ ਕਿ ਇਹਦਾ ਹੱਲ ਹੈ ਐਜੂਕੇਸ਼ਨ। ਤੁਸੀਂ ਕੀ ਕਹਿਣਾ ਚਾਹੋਗੇ, ਕੀ ਸਮਝਦੇ ਹੋ ਕਿ ਐਜੂਕੇਸ਼ਨ ਕਿਵੇਂ ਇਫੈਕਟ ਕਰ ਸਕਦੀ ਹੈ ਤੇ ਜਿਹੜੇ ਲੋਕ ਉਸ ਪੋਜੀਸ਼ਨ ਤੇ ਪਹੁੰਚ ਚੁੱਕੇ ਨੇ ਜਾਂ ਜਿਹੜੇ ਉਸ ਮੰਜ਼ਿਲ ਤੇ पहुंच चुके ने वो किवें उन्हां लोकां नूं मतलब नाल लेके अगे चल सकते हैं? अच्छी बात की इन्होंने दो चीजें अभी एक और अच्छा पॉइंट उन्होंने इस लिहाज से दिया जो जरूरी होता है। एक तो ये था कि एजुकेशन इंपॉर्टेंट है। एजुकेशन से आपने कहा कि कैसे होता है अवेयरनेस। बेसिकली अब जैसे टीवी एशिया का ये प्रोग्राम है ना, इट्स ए पार्ट ऑफ एजुकेशन। टीवी एशिया ने कोशिश क्या की, आपने, मैं तो धन्यवाद करूंगा आपको भी और आपकी टीम को भी और टीवी एशिया को भी, इस वजह से उन्होंने देखिए अवेयरनेस बढ़ाई। अब आप इनसे बात कर रहे हैं, आपने श्रीनगर में बात की, आपने मुझे बुलाया और आपने इस मौजू पे बात करने की कोशिश की। तो ये क्या है कि आप कोशिश कर रहे हैं कि मिनॉरिटीज में अगर कोई है, पहली बात ये कि अगर कोई है वो क्यों है और उससे कैसे निकाला जा सकता है। तो एजुकेशन इज वन ऑफ द बेस्ट वे, क्योंकि एजुकेशन से जैसे उन्होंने बताया और बिल्कुल दुनिया भी ये जानती है कि आपकी तालीम के बाद आपको चीजें पता लगती हैं, आपके हुकूक पता लगते हैं, आपको अच्छा और बुरा पता लगता है। दूसरा एक और फॉर्मूला जो उन्होंने भी दिया और जो मैं समझता हूँ बिल्कुल एक हद तक सही है, वो ये था कि जब आप माइनॉरिटी में बहुत छोटे छोटे से हैं और आपको साइलो समझ के जो है ना ट्रीट किया जा रहा है, अगर आप मिल के काम करेंगे तो आप साइलो नहीं रहेंगे, आप माउंटेन बन जाएंगे ना। यानी आप छोटे छोटे साइलोज में आप खड़े हुए हैं तो आपकी कोई वैल्यू नहीं है ना। फिर अब हमारे यहाँ मुझे देखिए माइनॉरिटीज में अगर कास्ट सिस्टम को हमारे साइड पे देखें ना, तो मैं अभी भी यही कहूँगा कि कास्ट सिस्टम एक हमारी नेचुरल प्रोडक्शन है, इसको खत्म कभी भी नहीं किया जा सकता। आप कुछ भी कर लें, ये खत्म नहीं होगी, कभी भी ये खत्म नहीं होगी। हाँ, जैसे उन्होंने कहा कि इसको अच्छे से मैनेज करना है कि ठीक है बंदा दूसरा कोई भी बंदा हो कास्ट में दूसरी कास्ट को हल्का न जाने, ये इंपॉर्टेंट है। देखिए कास्ट को ना इन्होंने खत्म करने की बात की, ना मैं समझता हूँ कि दुनिया में कभी भी कास्ट सिस्टम खत्म हो सकता है। प्रॉब्लम कहाँ है कि जहां पर बुरे लोग जो उस कास्ट को लीड कर रहे होते हैं कभी कभी वो दूसरी कास्ट को हल्का समझते हैं। उसका एक तरीका तो जैसे उन्होंने बताया कि एजुकेशन इज वन ऑफ द बेस्ट वे। सेकंड पार्ट है कि अगर मिनॉरिटी में रहने वाले सारे लोग साथ मिलकर अगर जो लोग उनको अब्यूज कर रहे हैं, जुल्म कर रहे हैं, उसके खिलाफ बात करें, कोशिश करें, स्ट्रगल करें तो बहुत अच्छा है। तीसरा बड़ा तरीका जो मैंने आपसे बताया कि जैसे मीडिया आज के ज़माने में बहुत बड़ा टूल है और इसके ज़रिए इस तरह की डिबेट होनी चाहिए। अब देखिए मेरा ताल्लुक आप खुद जानते हैं कि किस तरह से है, मेरी ज़बान कैसी है, लेकिन उसके बावजूद भी चूंकि ये ऐसी डिस्कशन है कि जब तक हम अब ये बहुत बड़ा फोरम है, ये जैसे उन्होंने कहा ना एजुकेशन का एक बहुत बड़ा फोरम है कि मैं बोल रहा हूँ, वो पंजाबी में बात कर रहे हैं, कोई कश्मीरी में बात कर रहा है, कोई हिंदी में बात कर रहा है। तो ये एक ऐसा फोरम है कि जिसमें ये जो छोटी छोटी डिविजन्स हैं ये खत्म की जा रही हैं, कोशिश की जा रही है कि हम एक दूसरे को इंसान समझ के इज्जत करें। जी, जैसे हम लोग यहाँ पे ऑस्ट्रेलिया में रहते हैं, तो ऑस्ट्रेलिया में हमने बात की एबरिजिनल्स की, सही। तो हम जो लोग हैं, जो आप कम्युनिटी को, जो हमारी कम्युनिटी है, उसको क्या मैसेज दे सकते हैं, क्या कह सकते हैं कि वो उनको अपलिफ्ट करने में कुछ कैसे पार्ट बन सकते हैं, जहाँ वो कास्ट सिस्टम में जो लोग
हाशिए पे हैं, उनको कैसे मेन स्ट्रीम में लेके आ सकते? क्या क्या आपका? देखिए यहाँ पर ये तो ऑस्ट्रेलिया है, ये इनको भी ये सिडनी से ज्वाइन किया इन्होंने, इनको जी। मालूम है कि एबोरिजिनल को भी अपॉर्चुनिटीज बराबर की है एजुकेशन के हवाले से, लेकिन यानी जो असल एजुकेशन है ना, जिसको यानी नफरत, यानी आप यूँ समझे कि जहाँ बड़ा जो मेजॉरिटी में है वो भी आपको धक्का दे रहा है, और माइनॉरिटी में रहने वाले अगर खुद विद इन द हाउस वो नफरत करें कि जी हमने पढ़ने नहीं जाना, ये चीज़ हमारे खिलाफ है, ये चीज़ हमारे खिलाफ है और इससे हमारी उसको नुकसान होगा, तो ये चीज़ उनको मजीद नुकसान करती है और वो और पीछे पीछे ले जाते हैं। वक्त ये दिखा रहा है कि एजुकेशन और अवेयरनेस से चीज़ें बेहतर हो रही हैं एंड पीपल आर गेटिंग बेटर, और ये जो माइनॉरिटीज़ के जो वैल्यूज़ है इट्स गेटिंग बेटर डे बाय डे। अगेन अनटिल अनलेस के जी लोगों में रियली फीलिंग हो कि मिनॉरिटी डिवीजन बाय सेक्ट इज नथिंग, बट वी शुड नॉट अब्यूज एनीबॉडी बिकॉज ऑफ देयर कास्ट। हरजीत जी, मैं थोड़े कोल आना, साडे कोल सिर्फ 5 मिनट रह गए। जिवें कि गल कीती जांदी है माइनॉरिटीज़ दे हक्कां दी, जां इत्थे गल कीती जांदी है, इंडिया ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਜਾਂਦੀ ਹੈ ਕਿ ਜਦੋਂ ਮਾਈਨੋਰਿਟੀਜ਼ ਦੀ ਗੱਲ ਆਉਂਦੀ ਹੈ, ਜਦੋਂ ਦਲਿਤ ਦੀ ਗੱਲ ਆਉਂਦੀ ਹੈ, ਤੇ ਉੱਥੇ ਇੱਕ ਵੱਡਾ ਅੱਜ ਦੀ ਡੇਟ ਦੇ ਵਿੱਚ ਕੁਐਸਚਨ ਮਾਰਕ ਲਗਾਇਆ ਜਾਂਦਾ, ਉਹ ਹੈ ਰਿਜ਼ਰਵੇਸ਼ਨ। ਕੀ ਉਹ ਰਿਜ਼ਰਵੇਸ਼ਨ ਜਿਹੜੀ ਹੈ ਉਹ ਇੱਥੇ ਵੀ ਕੋਈ ਆਸਟ੍ਰੇਲੀਆ ਦੇ ਵਿੱਚ ਵੀ ਕੁਝ ਹੈ, ਜਾਂ ਸਿਰਫ ਇਹ ਰਿਪਰੈਜ਼ੈਂਟੇਸ਼ਨ ਹੈ, ਜਾਂ ਇਹ ਕੀ ਹੈ? ਕੁਝ ਦੱਸੋਗੇ ਇਹਦੇ ਬਾਰੇ ਚ? देखो एक लंबा टॉपिक है, 5 मिनट ਵਿੱਚ ਮੈਨੂੰ ਲੱਗਦਾ ਨਹੀਂ ਕਿ we have to touch it, we can just touch it। ਨਹੀਂ ਕੀ ਕਰਾਂਗੇ, ਜਿਹੜਾ ਇੱਥੋਂ ਦੀ ਗੱਲ ਕਰਦੇ ਹਾਂ। ਜਿਹੜਾ ਰਿਜ਼ਰਵੇਸ਼ਨ ਸਿਸਟਮ ਜਿਹੜਾ ਹੈ, ਇਹ ਸਿਰਫ ਹੈ ਕਿ ਕਿਸੇ ਚੀਜ਼ ਨੂੰ ਅਪਲਿਫਟ ਕਰਨ ਵਾਸਤੇ, ਕਿਸੇ ਕਮਜ਼ੋਰ ਨੂੰ ਅਪਲਿਫਟ ਕਰਨ ਵਾਸਤੇ ਸਹਾਰਾ ਹੈ। ਜਿਸ ਤਰ੍ਹਾਂ ਕਹ ਲਓ ਕਿ ਘਰ ਦੇ ਵਿੱਚ ਜੇ 4 ਬੱਚੇ ਨੇ, ਜੇ ਕੋਈ ਥੋੜਾ ਜਿਹਾ ਕਮਜ਼ੋਰ ਹੁੰਦਾ ਹੈ, ਅਸੀਂ ਉਹਦੀ ਲੁੱਕ ਆਫਟਰ ਕਰਦੇ ਹਾਂ ਤਾਂ ਕਿ ਉਹ ਦੂਜਿਆਂ ਦੇ ਨਾਲ ਬਰਾਬਰ ਆ ਸਕੇ। ਦਿਸ ਵਾਸ ਜਸਟ ਦਿਸ ਸਿਸਟਮ ਸੀਗਾ ਕਿ ਉਹਨਾਂ ਨੂੰ, ਕਿਉਂਕਿ ਜੇ ਬਰਾਬਰਤਾ ਤਦ ਹੀ ਆ ਸਕਦੀ ਜੇ ਚਾਰੇ ਭਰਾ ਜਿਹੜੇ ਨੇ ਉਹ ਬਰਾਬਰ ਹੋਣਗੇ। ਤੇ ਜਿਹੜਾ ਵਿਚਾਰਾ ਇੱਕ ਕਮਜ਼ੋਰ ਸੀਗਾ, ਕਮਜ਼ੋਰ ਇਸ ਤਰ੍ਹਾਂ ਨਹੀਂ ਸੀ, ਪਰ ਉਹਨੂੰ ਲਿਤਾੜਿਆ ਗਿਆ ਵਿਦ ਪਲੈਨਿੰਗ ਜਿਹੜਾ ਸੀਗਾ, ਉਹਨਾਂ ਲੋਕਾਂ ਨੂੰ ਲਿਤਾੜਿਆ ਗਿਆ, ਉਹਨਾਂ ਨੂੰ ਐਜੂਕੇਸ਼ਨ ਤੋਂ ਵਾਂਝਾ ਰੱਖਿਆ ਗਿਆ ਤਾਂ ਕਿ ਉਹ ਪਛੜ ਗਏ। ਇਸੇ ਤਰ੍ਹਾਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਵੀ, ਜੇ ਇੱਥੇ ਵੀ ਲਿਓ ਕਿ ਉਹਨਾਂ ਕਮਿਊਨਿਟੀਜ਼ ਨੂੰ ਜਿਹੜੀਆਂ ਐਬੋਰੀਜਨਲ ਨੇ, ਦੂਸਰੇ ਨੇ, ਉਹਨਾਂ ਨੂੰ ਥੋੜੇ ਬੈਨੀਫਿਟ ਦਿੱਤੇ ਜਾਂਦੇ ਨੇ ਤਾਂ ਕਿ ਹੋਰ ਕੋਈ ਤਰੀਕਾ ਨਹੀਂ ਹੈ ਕਿ ਉਹਨਾਂ ਨੂੰ ਅਪਲਿਫਟ ਕਰਨ ਦਾ। ਇੱਕੋ ਤਰੀਕਾ ਹੈ ਕਿ ਉਹਨਾਂ ਦੀ ਥੋੜੀ ਲੁੱਕ ਆਫਟਰ ਕਰੋ। ਪਰ ਮੈਂ ਪ੍ਰੈਕਟੀਕਲ ਐਗਜ਼ਾਮਪਲ ਹੋਰ ਫਿਰ ਪਿੱਛੇ ਚਲਾ ਗਿਆ। ਆਈ ਹੈਵ ਬੀਨ ਇਨ ਸਿਟੀ, ਐਬੋਰੀਜਨਲ ਲੋਕਾਂ ਦੀ ਡੋਮੀਨੈਂਸੀ ਹੈ ਉਹਨਾਂ ਲੋਕਾਂ ਉਸ ਏਰੀਆ ਦੇ ਵਿੱਚ, ਤੇ ਜੇ ਤੁਸੀਂ ਉਹਨਾਂ ਦੇ ਮਹੱਲੇ ਵਿੱਚ ਜਾ ਕੇ ਦੇਖੋ ਤੇ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਆਸਟ੍ਰੇਲੀਆ ਵਿੱਚੋਂ ਜੀ, ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕਿਸੇ ਇੰਡੀਆ ਦੀ ਕਿਸੇ ਕਲੋਨੀ ਵਿੱਚ ਤੁਰੇ ਫਿਰਦੇ ਹਾਂ। ਕਿਉਂਕਿ ਉਹਦਾ ਕਾਰਨ ਇਹੀ ਹੈ ਕਿ ਬੇਸ਼ੱਕ ਦੇ ਆਰ ਲਿਵਿੰਗ ਇਨ ਸਿਡਨੀ, ਪਰ ਉਹਨਾਂ ਦਾ ਐਜੂਕੇਸ਼ਨ ਲੈਵਲ ਨਹੀਂ ਲੈ ਸਕੇ। ਐਜੂਕੇਸ਼ਨ ਲੈਵਲ ਦੇ ਨਾਲ ਹੀ ਸਾਰਾ ਕੁਝ ਉਹਨੂੰ ਤਮੀਜ਼ ਆਉਂਦੀ ਹੈ ਕਿਸੇ ਨੂੰ ਗੱਲ ਕਰਨ ਦੀ। ਹੁਣ ਜਦੋਂ ਵੀ ਮਤਲਬ ਮੈਂ ਵਿਚਰਦਾ ਰਹਿਣਾ ਉਹਨਾਂ ਦੇ ਵਿੱਚ, ਪਰ ਐਵਰੀਬਾਡੀ ਅਵੋਇਡ ਫਰੋਮ them। ਉਹਦਾ ਕਾਰਨ ਇਹੀ ਆ ਕਿ ਉਹਨਾਂ ਨੂੰ ਨਸ਼ਿਆਂ ਦੇ ਲਾਲਚ ਆ ਜਾਂ ਹੋਰ ਅਬਿਊਜ਼, ਇਸ ਕਰਕੇ ਉਹ ਲੋਕ ਜਿਹਨਾਂ ਦੇ ਵਿੱਚ ਪੇਸ਼ੈਂਸ ਨਹੀਂ ਹੈਗੀ। ਉਹਨਾਂ ਵਿੱਚ ਵੀ ਚੰਗੇ ਲੋਕ ਨੇ, ਪਰ ਉਹਦਾ ਬੇਸਿਕ ਕਾਰਨ ਇਹੀ ਹੈ ਕਿ ਉਹਨਾਂ ਲੋਕਾਂ ਦੀ ਜਿਹੜੀ ਹੈ ਉਹ ਵਿਕਾਸ ਨਹੀਂ ਹੋ ਸਕਿਆ। ਵਿਕਾਸ ਦਾ ਕਾਰਨ ਮੈਂ ਫਿਰ ਉਹੀ ਸਮਝਦਾ ਕਿ ਉਹਨਾਂ ਨੂੰ ਇੱਕ ਪ੍ਰੋਪਰ ਐਜੂਕੇਸ਼ਨ ਦੇ ਨਾਲ ਹੀ ਜਿਹੜਾ ਇਹ ਤੁਹਾਨੂੰ ਚੰਗਾ ਰਹਿਣਾ ਸਹਿਣਾ, ਇੱਕ ਚੰਗਾ ਸੁਸਾਇਟੀ ਦੇ ਵਿੱਚ ਵਿਚਰਨਾ ਉਹੀ ਆਉਂਦਾ ਹੈ। ਜੀ, ਤੁਹਾਡੇ ਕਹਿਣ ਦੇ ਮੁਤਾਬਕ ਕਿ ਜਿਹੜਾ ਐਜੂਕੇਸ਼ਨ ਹੈ, ਕਿਸੇ ਵੀ ਕਮਿਊਨਿਟੀ ਨੂੰ ਅਪਲਿਫਟ ਕਰਨ ਦੇ ਵਿੱਚ ਐਜੂਕੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਤੇ ਜੀ, ਸਾਡੇ ਕੋਲ ਮੈਂ ਗੱਲਾਂ ਤਾਂ ਬਹੁਤ ਸਾਰੀਆਂ ਸੀ ਕਰਨ ਵਾਲੀਆਂ, ਪਰ ਫਿਰ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਤੇ ਅੱਜ ਕਿਉਂਕਿ ਸਾਡੇ ਕੋਲ ਸਮੇਂ ਦੀ ਜਿਹੜੀ ਕਮੀ ਹੈ ਤੇ ਗੱਲਾਂ ਦੇ ਵਿੱਚ, ਗੱਲਾਂ ਬਾਤਾਂ ਦੇ ਵਿੱਚ ਤੇ ਅਸੀਂ ਦੁਬਾਰਾ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਆਜ਼ਾਦ ਸਾਹਿਬ ਦੇ ਨਾਲ, ਦੁਬਾਰਾ ਨੈਟਵਰਕ ਦੇ ਇਸ਼ੂ ਕਰਕੇ ਰਾਬਤਾ ਨਹੀਂ ਹੋ ਸਕਿਆ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਉਹਨਾਂ ਦੇ ਨਾਲ ਰਾਬਤਾ ਕਰਾਂਗੇ ਤੇ ਹੋਰ ਜਾਣਾਂਗੇ ਕਸ਼ਮੀਰ ਦੇ ਵਿੱਚ ਕੀ ਦੁੱਖ ਨੇ, ਕੀ ਉਹਨਾਂ ਦੇ ਕੀ ਫਾਇਦੇ ਨੇ ਉਹਨਾਂ ਨੂੰ ਕਸ਼ਮੀਰ ਦੇ ਵਿੱਚ, ਤੇ ਹੋਰ ਆਪਾਂ ਹੋਰ ਮਾਈਨੋਰਿਟੀਜ਼ ਦੀ ਗੱਲ ਕਰਾਂਗੇ, ਜਿਵੇਂ ਕਿ ਕ੍ਰਿਸਚੀਅਨ ਨੇ, ਮੁਸਲਿਮ ਭਾਈਚਾਰੇ ਦੇ ਲੋਕ ਨੇ,
ਜਾਂ ਅਗਲੀ ਵਾਰ ਗੱਲ ਕਰਾਂਗੇ ਮੌਰੀ ਭਾਈਚਾਰੇ ਦੇ ਵਿੱਚ ਬਾਰੇ ਚ ਇਹ ਗੱਲਾਂ ਬਾਤਾਂ ਆਪਾਂ ਕਰਾਂਗੇ। ਤੇ ਮੈਂ ਧੰਨਵਾਦ ਕਰਦਾ ਆਪਣੇ ਅੱਜ ਦੇ ਖਾਸ ਮਹਿਮਾਨਾਂ ਦਾ, ਸ਼ੋਇਬ ਜ਼ਾਇਦੀ ਸਾਹਿਬ ਤੇ ਹਰਜੀਤ ਸੱਲਣ ਜੀ। ਸ਼ੋਇਬ ਜ਼ਾਇਦੀ ਸਾਹਿਬ ਅੱਜ ਸਾਡੇ ਵਿਹੜੇ 'ਚ ਆਏ ਨੇ, ਸਾਡੇ ਸਟੂਡੀਓ ਆਏ ਨੇ, ਤੇ ਹਰਜੀਤ ਜੀ ਸਾਡੇ ਨਾਲ ਸਿਡਨੀ ਤੋਂ ਜੁੜੇ ਨੇ। ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦਾ, ਸ਼ੁਕਰੀਆ ਕਰਦਾ ਕਿ ਉਹ ਟੀਵੀ ਏਸ਼ੀਆ ਨੂੰ ਬੜਾ ਪਿਆਰ ਦਿੰਦੇ ਨੇ। ਜਦੋਂ ਦਰਸ਼ਕਾਂ ਦਾ ਪਿਆਰ ਮਿਲਦਾ ਹੈ ਤੇ ਇੱਕ ਸਾਨੂੰ ਵੀ ਹੌਸਲਾ ਮਿਲਦਾ ਕਿ ਅਸੀਂ ਵਧੀਆ ਕੋਈ ਟੌਪਿਕ ਲੈ ਕੇ ਆਈਏ ਤੇ ਤੁਹਾਡੇ ਰੂਬਰੂ ਕਰੀਏ। ਸਤਿ ਸ਼੍ਰੀ ਅਕਾਲ। ਇੰਨਾ ਕਹਿੰਦਾ ਹੋਇਆ ਸਤਿ ਸ਼੍ਰੀ ਅਕਾਲ, ਇਜਾਜ਼ਤ ਲੈਣਾ ਤੁਹਾਡੇ ਕੋਲੋਂ। ਸਤਵਿੰਦਰ ਟੀਨੂ, ਟੀਵੀ ਏਸ਼ੀਆ, ਬ੍ਰਿਸਬੇਨ, ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ, ਨਮਸਕਾਰ, ਸ਼ਬਾ ਖੈਰ।